ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਗੋਦ ਵਿੱਚ बड़े ही सत्कार सहित आप जी जुड़ बैठे हो। सुभागा समा प्राप्त होया। आओ इस समय को सफला बनाइए। और इतिहास के पावन प्रसंगां विचों आप जी ने सरवण कीता सी। गुरु नानक साहिब सच्चे पातशाह भाई बाला जी के नाल वचन विलास कर रहे हैं। ज्यों ही बाला जी ने नगर जान की आज्ञा मांगी, सतगुरां ने पूछे बालिया कोई दुख है? चंद राजगी आखन लगे बादशाह जी ना कोई दुख, ना कोई गम, ना कोई नाराजगी। बड़ा लंबा समा हो गया, पिंड घर परिवार नहीं देखिया। गुरु साहब प्रसन्न होके आज्ञा दे के आखन लगे बालिया जो मंगेगा तेन ओ दिया। भाई बाला जी ने उस वेले मंगिया मैनू कदे भी रब ना विसरे, शरीरक तौर ते भी मैं कदे तुहाडे तो दूर ना होवां। गुरु नानक साहब महाराज हस के आखने लगे बालिया एवे ही होएगा। सतगुरां तो आज्ञा लेके भाई बाला जी अपने नगर में जा रहे हैं। इधर गुरु नानक साहब सच्चे पातशाह भाई मर्दाना जी को रवाब लेने वास्ते भेज रहे हैं। इतों तक आप जिन्हां ने पावन प्रसंगां नूं सरवण कीता। आओ कुछ समा मनचित व्यक्तियां नूं एकाग्रचित बनाइए। पाओ प्रेम दी सांझ, आसीस बख्शो। गज बज के आखो जी सतनाम श्री वाहिगुरु साहिब जी। सतनाम श्री परसीद सुसपर्यत गमने पुण्य उद्याना। जिस वेले भाई बाला जी ने अपने पिंड राय भोए दी तलवंडी जान की आज्ञा ले ली, गुरु नानक साहब जियां ने बड़ी प्रसन्नता दे नाल उन्हां नूं विदायगी दित्ती है। अपने नगर आ गए थे। भाई बाला जी जो अपने पिंड पहुंचे बड़े खुश होए। आखन लगे गुरु अंगद देव महाराज सतगुरां तो आज्ञा लैके हुक्म लैके जो मैं अपने पिंड आया उस तो बाद सुल्तानपुर की धरती ते जो होया आओ आप जी को सुनावा। हुण सतगुरां तो आज्ञा मंग भाई मर्दाना जी चले ने रवाब लैण वास्ते। सुल्तानपुर लोधी बहुत बड़ा एक नगर सी, शहर सी, बड़े महल्ले सी, पतियां सी। भाई मर्दाने नूं आस सी इसे नगर दे विचों मैनूं रवाब मिल जू, जो इथों ना मिलू ते एक दो पिंड होर नेड़े
ਜਦੋਂ ਮਰਦਾਨਾ ਜੀ ਰਬਾਬ ਲੈਣ ਵਾਸਤੇ ਤੁਰ ਪਏ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭੈਣ ਨਾਨਕੀ ਜੀ ਦਾ ਸ਼ੁਕਰਾਨਾ ਕਰਦੇ ਨੇ, ਕਿਉਂਕਿ ਭੋਜਨ ਬੜੇ ਪ੍ਰੇਮ ਨਾਲ ਛਕਾਇਆ ਹੈ। ਕੁਝ ਪਲ ਉਹਨਾਂ ਕੋਲ ਬਿਤਾਉਣ ਤੋਂ ਬਾਅਦ ਸਤਿਗੁਰ ਜੀ ਜੰਗਲਾਂ ਵਿੱਚ ਇਕੱਲੇ ਆਣ ਬੈਠੇ ਵੀ ਉੱਥੇ ਆ ਕੇ ਨੇ ਜਿੱਥੇ ਛੇਤੀ ਕੋਈ ਲੱਭ ਹੀ ਨਹੀਂ ਸਕਦੇ। ਸੰਘਣੀਆਂ ਥਾਵਾਂ ਤੇ ਸੰਘਣੀਆਂ ਜੰਗਲਾਂ ਵਿੱਚ ਸਤਿਗੁਰਾਂ ਆਣ ਚੌਂਕੜਾ ਲਾਇਆ ਏ। ਭੇ ਆਏ ਕੰਤ ਜਹੇ ਮਨੁਜ ਨਾ ਆਵੇ, ਕਰੁਣਾ ਨਿਧ ਗਤ ਦਾਨਾ। ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਲਾਗੇ ਚੌਂਕੜਾ ਬੜੇ ਆਨੰਦ ਵਿੱਚ ਬੈਠੇ ਨੇ। ਐਸੀ ਸੁੰਨਸਾਨ ਥਾਂ ਜਿੱਥੇ ਬੰਦਿਆਂ ਦੀ ਗੱਲ ਛੱਡੋ, ਛੇਤੀ ਕੋਈ ਜਾਨਵਰ ਤੇ ਜੀਵ ਵੀ ਜਾਂਦਾ ਨਹੀਂ। ਜੰਗਲਾਂ ਵਿੱਚ ਬੜੀਆਂ ਸੰਘਣੀਆਂ ਥਾਵਾਂ, ਬੜੇ ਆਨੰਦ ਵਿੱਚ ਸਤਿਗੁਰਾਂ ਲਾਇਆ ਚੌਂਕੜਾ, ਨੇਤਰ ਕੀਤੇ ਬੰਦ, ਪਰਮਾਤਮਾ ਦੇ ਧਿਆਨ ਵਿੱਚ ਇਕਾਗਰ ਚਿੱਤ ਹੋ ਕੇ ਬੈਠੇ। ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਵਕਤ ਟਲਦਾ ਗਿਆ। ਉਧਰ ਭਾਈ ਮਰਦਾਨਾ ਰਬਾਬ ਖਰੀਦਣ ਵਾਸਤੇ ਗਲੀ ਫਿਰਦਾ, ਕਦੇ ਸ਼ਹਿਰ ਬਾਜ਼ਾਰ, ਜਿੱਥੇ ਪਤਾ ਲੱਗਦਾ ਕਿਸੇ ਦਾ ਘਰ ਉੱਥੇ ਵੀ ਜਾਂਦਾ। ਪਰ ਗੁਰੂ ਬਾਬਾ ਗੁਰੂ ਨਾਨਕ ਮਹਾਰਾਜ ਬੜੇ ਆਨੰਦ ਵਿੱਚ ਬੈਠੇ ਆ, ਕੋਈ ਫਿਕਰ ਨਹੀਂ, ਕੋਈ ਖੌਫ ਨਹੀਂ, ਕਿਸੇ ਦੀ ਪਰਵਾਹ ਨਹੀਂ। ਚੌਂਕੜਾ ਲੱਗਿਆ ਰਿਹਾ ਸਾਰਾ ਦਿਨ, ਇਸੇ ਤਰ੍ਹਾਂ ਸਜੇ ਰਹੇ। ਕਮਲ ਬਦਨ ਪ੍ਰਾਚੀ ਦਿਸ਼ ਜੇ ਕੋ, ਵਾਕੇ ਅਰਕ ਪਰਮਾਨਾ। ਹੁਣ ਸਤਿਗੁਰਾਂ ਦਾ ਮੁਖ ਸੀ ਪੂਰਬ ਦੀ ਦਿਸ਼ਾ ਵਾਲੇ ਪਾਸੇ। ਚੜ੍ਹਦਾ ਸੂਰਜ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਤੇ ਆ ਕੇ ਪੈਂਦਾ ਹੈ। ਉਹਨਾਂ ਨੂੰ ਗਰਮੀ ਠੰਡ ਦੀ ਪਰਵਾਹ ਕੋਈ ਨਹੀਂ, ਕਿਉਂਕਿ ਉਹ ਸਰੀਰ ਨਾਲ ਨਹੀਂ ਜੁੜੇ। ਸਰੀਰ ਹੈ ਕੀ ਹੈ? ਇੱਕ ਮਿੱਟੀ ਹੈ, ਇਹ ਤੋਂ ਵੱਧ ਕੇ ਕੁਝ ਨਹੀਂ ਹੈ। ਜੰਮਣ ਤੋਂ ਪਹਿਲਾਂ ਵੀ ਮਿੱਟੀ ਸੀ, ਮਰਨ ਤੋਂ ਬਾਅਦ ਵੀ ਮਿੱਟੀ ਹੈ, ਜਿਉਂਦੇ ਜੀਵ ਵੀ ਮਿੱਟੀ ਸਮਾਨ ਹੈ। ਪਰ ਸਤਿਗੁਰ ਜੀ ਕਦੇ ਇਸ ਸਰੀਰ ਦਾ ਮੋਹ ਨਹੀਂ ਕਰਦੇ, ਬੇਪਰਵਾਹ ਇਕਾਗਰਚਿਤ ਹੋ ਕੇ ਬੈਠੇ ਰਹਿੰਦੇ ਆ। ਜੰਗਲਾਂ ਦੇ ਪੰਛੀ ਵੀ ਦੀਦਾਰ ਕਰਦੇ ਆ, ਜੰਗਲੀ ਜਾਨਵਰ ਕੋਲੋਂ ਲੰਘਦੇ ਆ, ਹੌਲੀ ਹੌਲੀ ਕਦਮ ਰੱਖ ਕੇ ਕਿਤੇ ਸਤਿਗੁਰਾਂ ਦੀ ਨੇਤਰ ਨਾ ਖੁੱਲ ਜਾਣ। ਉਹਨਾਂ ਜੀਵਾਂ ਪੰਛੀਆਂ ਨੂੰ ਵੀ ਰੱਬ ਦੀ ਸੋਝੀ ਹੈ, ਬੰਦੇ ਨਾਲੋਂ ਤੇ ਪਸ਼ੂ ਪਕਸ਼ੀ ਸਿਆਣੇ। ਕੋਈ ਇਨਸਾਨ ਇਸ ਰਾਹ ਤੋਂ ਲੰਘਦਾ ਨਹੀਂ, ਕਿਉਂਕਿ ਸਤਿਗੁਰ ਜਿੱਥੇ ਬੈਠੇ ਨੇ ਉੱਥੇ ਜਾਣਾ ਬੜਾ ਔਖਾ ਹੈ। ਕਿੰਕਰ ਉਰ ਕੋ ਭਮਰ ਭਰਮ ਤਿਮਰ ਹਰ, ਦਲ ਕਲ ਮਲ ਉੱਡ ਨਾਨਾ। ਹੁਣ ਜਿਹੜੀ ਥਾਂ ਕਦੇ ਸਤਿਗੁਰ ਪਹਿਲਾਂ ਬਹਿੰਦੇ ਸੀ, ਲੋਕ ਸਤਿਗੁਰਾਂ ਨੂੰ ਉੱਥੇ ਲੱਭਣ ਆਉਂਦੇ ਆ, ਜਿਨ੍ਹਾਂ ਨੂੰ ਪਤਾ ਹੁੰਦਾ ਸੀ ਵੀ ਸਾਧੂ ਮਹਾਤਮਾ ਬੰਦਗੀ ਵਾਲੇ ਬੈਠੇ, ਪਰ ਉੱਥੇ ਗੁਰੂ ਸਾਹਿਬ ਮਿਲਦੇ ਨਹੀਂ। ਜੰਗਲ ਉਹ ਵਣ ਕੰਡਾ ਮੋੜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ ਕਿਤੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋ ਜਾਣ। ਪਰ ਸਤਿਗੁਰਾਂ ਨੂੰ ਲੱਭਣਾ ਹੁਣ ਔਖਾ ਨਹੀਂ, ਨਾ ਮੁਮਕਿਨ ਹੋ ਗਿਆ, ਕਿਉਂਕਿ ਜਿੱਥੇ ਮਰਦ ਬੈਠੇ ਆ ਉਹ ਇੰਨੀ ਪੀਸਫੁਲ ਥਾਂ ਹੈ, ਇੰਨੀ ਇਕਾਂਤ ਵਾਲੀ ਹੈ, ਉੱਥੇ ਸ਼ੋਰ ਤੇ ਆਵਾਜ਼ ਨਾਮ ਦੀ ਚੀਜ਼ ਕੋਈ। ਦੁਪਹਿਰਾ ਵੀ ਟਲ ਗਿਆ, ਪਰ ਉਧਰ ਭਾਈ ਮਰਦਾਨਾ ਇਹੀ ਸੋਚਦਾ ਵੀ ਅੱਜ ਰਬਾਬ ਲੈ ਕੇ ਮੈਂ ਵਾਪਸ ਜਾਣਾ ਹੀ ਫੇਰ। ਜਦੋਂ ਤੱਕ ਰਬਾਬ ਨਹੀਂ ਮਿਲਦੀ ਮੈਂ ਸਤਿਗੁਰਾਂ ਦੇ ਪਾਸ ਵਾਪਸ ਜਾਣਾ ਨਹੀਂ। ਗਇਓ ਰਬਾਬ ਲੀਨ ਹਿਤ ਪੁਰ ਮਹਿ, ਖੋਜਤ ਭਾ ਮਰਦਾਨਾ। ਭਾਈ ਮਰਦਾਨਾ ਗਲੀ ਲੱਭਦਾ ਹੈ, ਖੋਜਦਾ ਹੈ, ਢੂੰਡਦਾ ਹੈ, ਪੁੱਛਦਾ ਹੈ ਇੱਥੇ ਰਬਾਬੀ ਕੌਣ ਹੈ। ਰਬਾਬੀ ਤੇ ਇਕੱਲੀ ਰਬਾਬ ਵਜਾਉਂਦੇ ਆ ਜੀ, ਪਰ ਰਬਾਬੀ ਜਿਹਦੇ ਕੋਲ ਜਾ ਕੇ ਰਬਾਬਾਂ ਬਣਵਾ ਕੇ ਲੈ ਕੇ ਆਉਂਦੇ ਆ, ਕ੍ਰੀਏਟਰ ਕੌਣ ਹੈ, ਬਣਾਉਂਦਾ ਕੌਣ ਹੈ, ਉਹ ਤੇ ਰਬਾਬੀ ਤੋਂ ਪਤਾ ਲੱਗਦਾ। ਕਿਸੇ ਨੇ ਵਾਜਾ ਸੁਰ ਕਰਾਉਣਾ, ਠੀਕ ਕਰਾਉਣਾ ਹੈ, ਉਹ ਪਤਾ ਰਾਗੀ ਤੋਂ ਲੱਗਣਾ ਵੀ ਕਿੱਥੋਂ ਠੀਕ ਕਰਾਉਣਾ। ਹੁਣ ਭਾਈ ਮਰਦਾਨਾ ਦੀ ਸੁਭਾਵਿਕ ਗੱਲ ਸੀ, ਉਹਨਾਂ ਜਾਣਾ ਉੱਥੇ ਹੈ ਜਿੱਥੇ ਕੁਝ ਮਰਾਸੀ ਹੋਣਗੇ, ਜੋ ਸੰਗੀਤ ਨਾਲ ਜੁੜੇ ਨੇ, ਜੋ ਢਾਡੀ ਲੋਕ ਨੇ। ਬੜਿਆਂ ਕੋਲ ਭਾਈ ਮਰਦਾਨਾ ਜੀ ਗਏ, ਸਿੱਧੀ ਦੀ ਗੱਲ ਕਹਿੰਦੇ ਕਿਸੇ ਨੇ ਮੂੰਹ ਨਹੀਂ ਲਾਇਆ। ਮੂੰਹ ਲਾਉਣ ਤੋਂ ਬਾਅਦ ਨਾ ਪਾਣੀ ਪੁੱਛਿਆ, ਨਾ ਗੱਲਬਾਤ ਦਾ ਜਵਾਬ ਦਿੱਤਾ, ਬਸ ਕਹਿੰਦੇ ਸਾਨੂੰ ਨਹੀਂ ਪਤਾ। ਭਾਈ ਮਰਦਾਨਾ ਬੜਾ ਹੈਰਾਨ ਵੀ ਕਿਹੋ ਜਿਹੇ ਲੋਕ ਨੇ, ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਦੱਸਦੇ ਕਿਉਂ ਨਹੀਂ। ਸੁਣ ਹੈ ਢੂਮ ਕੋ ਸਦਨ ਜਹੀਵਾ, ਬੂਝ
ਬੂਝੈ ਜੈ ਸੁਜਾਨਾ। ਹੁਣ ਜਿੰਨੇ ਵੀ ਡੂਮਾਂ ਦੇ ਮਰਾਸੀਆਂ ਦੇ ਘਰ ਸੀ, ਘਰ ਜਾ ਜਾ ਕੇ ਭਾਈ ਮਰਦਾਨਾ ਪੁੱਛਦੇ ਆ ਵੀ ਜਿਹੋ ਜੀ ਰਬਾਬ ਤੁਹਾਡੇ ਕੋਲੇ ਆ ਕਿੱਥੋਂ ਬਣੂਗੀ? ਕਹਿੰਦੇ ਸਾਨੂੰ ਨਹੀਂ ਪਤਾ। ਕੋਈ ਕਹਿੰਦਾ ਫਲਾਣੇ ਤੋਂ ਬਣਵਾਈ ਸੀ, ਉਹ ਮਰ ਗਿਆ। ਆਏ ਆ ਭਾਈ ਮਰਦਾਨਾ ਜੀ ਕਹਿੰਦੇ ਠੀਕ ਹੈ ਭਾਈ, ਫਿਰ ਉੱਠ ਕੇ ਆ ਜਾਂਦੇ ਆ, ਜ਼ੋਰ ਤੇ ਹੈ ਨਹੀਂ ਕਿਸੇ ਤੇ। ਕਹਿੰਦੇ ਕਈ ਘਰ ਨਹੀਂ ਵੜਨ ਦਿੰਦੇ। ਕਹਿੰਦੇ ਤੈਨੂੰ ਜਾਣਦੇ ਨਹੀਂ ਕੌਣ, ਕਿੱਥੋਂ ਆਇਆ? ਜਦੋਂ ਭਾਈ ਮਰਦਾਨਾ ਦੱਸਦੇ ਵੀ ਮੈਂ ਵੀ ਡੂਮ ਮਰਾਸੀ ਆ, ਕਹਿੰਦੇ ਫੇਰ ਨਾ ਖੜ ਜੀ ਇੱਥੇ ਆਖੋ ਸਤਨਾਮ। ਆ ਜਾਤ ਭਾਈ ਜਿਹੜਾ ਦੁਨੀਆ 'ਚ ਹੁੰਦਾ ਨਾ, ਜਾਤ ਨੂੰ ਜਾਤ ਵੇਖ ਕੇ ਬਰਦਾਸ਼ਤ ਨਹੀਂ ਕਰਦੀ। ਮਰਾਸੀਆਂ ਨੂੰ ਫਿਕਰ ਪੈ ਗਿਆ ਵੀ ਸਾਡੇ ਇਲਾਕੇ 'ਚ ਜੇ ਨਵਾਂ ਮਰਾਸੀ ਆ ਗਿਆ ਕਿਤੇ ਲੈ ਕੇ ਰਵਾਬ ਇਹ ਨਾ ਮੰਗਣ ਲੱਗ ਜੇ। ਕਿਉਂ ਆਇਆ ਇਹ? ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ, ਕੋਈ ਗੱਲਬਾਤ ਦਾ ਜਵਾਬ ਨਹੀਂ ਦਿੰਦਾ। ਪਰ ਇੰਨਾ ਪਤਾ ਸੀ ਵੀ ਇਹ ਮਰਾਸੀਆਂ ਦੇ ਘਰ ਨੇ। ਕਹਿੰਦੇ ਵੱਡੇ ਤੋਂ ਲੈ ਕੇ ਛੋਟੇ ਤੱਕ, ਗਰੀਬ ਤੋਂ ਲੈ ਕੇ ਅਮੀਰ ਤੱਕ, ਜਿਹਦੇ ਕੋਲ ਵੀ ਜਾਂਦੇ ਨੇ, ਸਿੱਧੀ ਗੱਲ ਕਰਾਂ ਸਭ ਦੇ ਲੱਛਣ ਇਹੋ ਜਿਹੇ ਨੇ। ਜਿਹਦੇ ਕੋਲ 4 ਪੈਸੇ ਆ ਜਾਣ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਹੁਣ ਭਾਈ ਮਰਦਾਨਾ ਪਰਦੇਸੀ ਹੈ, ਦੂਰੋਂ ਆਇਆ ਹੈ, ਕੋਈ ਨਹੀਂ ਜਾਣਦਾ ਇਹ ਕੌਣ ਹੈ, ਕਿਵੇਂ ਆਇਆ ਹੈ, ਪਰ ਕਹਿੰਦੇ ਕੋਈ ਗੱਲਬਾਤ ਹੀ ਨਹੀਂ ਕਰਦਾ। ਭਾਈ ਮਰਦਾਨਾ ਜੀ ਨੂੰ ਲੱਗਿਆ ਵੀ ਇਸ ਪਿੰਡ ਵਿੱਚੋਂ, ਇਸ ਨਗਰ ਦੇ ਵਿੱਚੋਂ ਮੈਨੂੰ ਕੁਝ ਵੀ ਪ੍ਰਾਪਤ ਹੋਣਾ ਨਹੀਂ। ਆਦਰ ਪੁਰ ਮਹਿ ਦੇ ਨ ਕੋ ਅਸ ਵਿਦਵਾਕ ਅਲਾਵੇਂ। ਲੋਕਾਂ ਨੇ ਮਾੜੇ ਬੋਲ ਬੋਲੇ ਜੀ, ਜਿੰਨਾ ਕੁਝ ਗਲਤ ਮਲਤ ਬੋਲਿਆ ਜਾਂਦਾ ਸੀ ਦੁਨੀਆ ਨੇ ਬੋਲਿਆ। ਕਹਿੰਦੇ ਕਿਸੇ ਇੱਕ ਘਰ ਨੇ ਵੀ ਭਾਈ ਮਰਦਾਨਾ ਜੀ ਨੂੰ ਇੱਜ਼ਤ ਨਾ ਦਿੱਤੀ, ਸਨਮਾਨ ਨਾ ਦਿੱਤਾ। ਬਾਪ ਦਰਵਾਜ਼ੇ ਤੇ ਵੀ ਕਹਿੰਦੇ ਸੀ ਖੜਿਆ ਕਿਉਂ ਆ, ਜਾਂਦਾ ਕਿਉਂ ਨਹੀਂ ਇੱਥੋਂ, ਕੌਣ ਹੈ ਤੂੰ? ਐਡਾ ਨਰਾਦਰ ਹੋਇਆ, ਨਰਾਦਰ ਸ਼ੁਰੂ ਕਿਸੇ ਨੇ ਆਦਰ ਨਹੀਂ ਦਿੱਤਾ। ਅੰਦਰੋਂ ਮਨ ਤੇ ਦੁਖੀ ਹੁੰਦਾ ਨਾ, ਤੁਸੀਂ ਆਸ ਕਰਕੇ ਕਿਸੇ ਦੇ ਘਰ ਜਾਓ, ਕਿਸੇ ਨੂੰ ਆਵਾਜ਼ ਲਓ, ਅੱਗੇ ਉਹ ਤੁਹਾਡੀ ਸੁਣੇ ਨਾ, ਤੁਸੀਂ ਸੋਚ ਲੈਣੀ ਹੋ ਵੀ ਅਸੀਂ ਪਰ ਲੈਣਾ ਕੀ ਹੈ। ਜੇ ਤੁਸੀਂ ਆਦਰ ਨਹੀਂ ਕਰਦੇ ਤੇ ਅਸੀਂ ਕਿਉਂ ਹਾਂਜੀ ਹਾਂਜੀ ਕਰਦੇ ਫਿਰੀਏ? ਭਾਈ ਮਰਦਾਨਾ ਜੀ ਥੋੜੇ ਜਿਹੇ ਸਿੱਧੇ ਹੋ ਗਏ ਵੀ ਜਦ ਸਾਡਾ ਹੀ ਕੋਈ ਸਤਿਕਾਰ ਨਹੀਂ ਕਰਦਾ ਤੇ ਆਪਾਂ ਹੱਥ ਜੋੜੀ ਕਰੀਏ ਨਾ ਕਿ ਵੀ ਰੂਪ ਜੀ, ਮਰਾਸੀ ਜੀ, ਰਬਾਬ ਚਾਹੀਦੀ। ਉਹ ਰਬਾਬ ਦੀ ਗੱਲ ਫੇਰ ਕਰਾਂਗੇ, ਪਹਿਲਾਂ ਕੋਈ ਇਹ ਤੇ ਪੁੱਛੇ ਭਾਈ ਤੂੰ ਆਇਆ ਕਿੱਥੋਂ ਆਇਆ, ਤੈਨੂੰ ਜ਼ਰੂਰਤ ਕੀ ਹੈ? ਕਹਿੰਦੇ ਕਿਸੇ ਨੇ ਨਾ ਪੁੱਛੇ। ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ ਵੀ ਮਰਾਸੀਆਂ ਦੇ ਘਰ ਸੀ ਡੂਮਾਂ ਦੇ, ਉਹ ਕਹਿੰਦੇ ਦੇ ਕੇ ਰਾਜੀ ਨਹੀਂ ਭਾਈ ਮਰਦਾਨਾ ਨੂੰ। ਹੁਣ ਕਾਰਨ ਕੀ ਹੈ ਵੀ ਭਾਈ ਮਰਦਾਨਾ ਜਿਹਦੇ ਘਰੇ ਜਾਂਦਾ ਹੈ ਉਹੀ ਉਖੜੇ ਕੁਹਾੜੇ ਵਾਂਗੂ ਪੈ ਜਾਂਦਾ। ਖੁਦਾ ਦਾ ਨਾਮ ਕੋਈ ਤੇ ਗੱਲ ਹੋਣੀ ਉਸ ਤੇ ਹੋ। ਐਵੇਂ ਹਰ ਬੰਦਾ ਤਾਂ ਨਹੀਂ ਸਿਰ ਫਿਰਿਆ, ਕੋਈ ਇੱਕ ਅੱਧਾ ਗਾਲਾਂ ਕੱਢੂਗਾ, 2-4 ਮਾੜਾ ਬੋਲਣਗੇ ਹੰਕਾਰ ਦੇ ਪੂਰੇ, ਹਰੇਕ ਬੰਦਾ ਹੀ ਗੱਲ ਪੈ ਜਾਇਆ ਕਰੇ। ਕਹਿੰਦੇ ਤੂੰ ਆਇਆ ਕਿਵੇਂ ਆ ਸਾਡੇ ਘਰੇ, ਚੱਲ ਗੇਟ ਤੋਂ ਬਾਹਰ। ਇੰਨਾ ਕੁਝ ਸੁਣਿਆ ਉਸ ਮਹਾਂਪੁਰਖ ਨੇ, ਝੱਲਿਆ, ਪਰ ਇੱਕ ਸਬਰ ਕੀਤਾ ਸੀ। ਰਬਾਬ ਲੈਣ ਆਇਆ ਤੇ ਲੈ ਕੇ ਜਾਣੀ। ਆਖੋ ਸਤਨਾਮ। ਇਹ ਹੈ ਸਿੱਖੀ। ਇਹਨੂੰ ਸਿੱਖੀ ਕਹਿੰਦੇ। ਮਨ ਐਡਾ ਆਕੜਿਆ ਹੋਵੇ, ਮੂੰਹ ਖੋਲਿਆ ਹੋਵੇ, ਸਿੱਖ ਦਾ ਕੰਮ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੌਂਬੜਾ ਲਾ ਕੇ ਬੈਠੇ ਸਭ ਕੁਝ ਵੇਖ ਰਹੇ ਆ ਵੀ ਸਾਡਾ ਮਿੱਤਰ, ਸਾਡਾ ਸਾਥੀ, ਸਾਡਾ ਪਿਆਰਾ ਗਲੀ ਗਲੀ ਦੀਆਂ ਠੋਕਰਾਂ ਖਾਂਦਾ ਫਿਰਦਾ। ਠੋਕਰਾਂ ਨੇ ਇਹ। ਤੁਸੀਂ ਕਿਸੇ ਦੇ ਘਰੇ ਜਾਓ, ਤੁਹਾਨੂੰ ਦੇਖ ਕੋਈ ਦਰਵਾਜ਼ਾ ਲਾ ਲੇ, ਤੁਹਾਨੂੰ ਵੇਖ ਕੋਈ 4 ਗੱਲਾਂ ਬੋਲੇ, ਠੋਕਰ ਨਹੀਂ ਤੇ ਹੋਰ ਕੀ ਹੈ। ਆਖਰਕਾਰ ਭਾਈ ਮਰਦਾਨਾ ਨਾ ਇਹਨਾਂ ਮਰਾਸੀਆਂ ਦੇ ਘਰਾਂ ਤੋਂ ਬਾਹਰ ਆ ਗਿਆ, ਇੱਕ ਪਾਸੇ ਬੈਠਾ ਸੋਚਦਾ ਹੈ ਕੱਪੜੇ ਵੀ ਵਧੀਆ ਪਾਏ ਜਾਂਦੇ, ਜੁੱਤੀ ਵੀ ਚੰਗੀ, ਮੈਂ ਬੁਲਾਇਆ ਵੀ ਸਭ ਨੂੰ ਇੱਜ਼ਤ ਨਾਲ ਹੈ, ਹਰੇਕ ਬੰਦਾ ਹੀ ਟੁੱਟ ਕੇ ਬਹਿ ਜਾਂਦਾ ਹੈ, ਲੋੜਾ ਕੀ ਹੈ? ਕੁਛ ਨਹੀਂ ਸਮਝ ਨਹੀਂ ਵੀ ਨਾਲੇ ਮੈਂ ਕਿਹੜਾ ਰਬਾਬ ਕਿਸੇ ਤੋਂ ਉਧਾਰ ਲੈਣ ਆਇਆ, ਮੁਫਤ ਲੈਣ ਆਇਆ। ਰਬਾਬ ਲਵਾਂਗੇ, ਪੈਸੇ ਦੇਵਾਂਗੇ, ਮੁੱਲ ਦੇਵਾਂਗੇ। ਪਰ ਇਸ ਵੇਲੇ ਤੁਚਿੱਤੀ ਵਿੱਚ ਪਏ ਨੇ, ਦੁਬਦਾ ਵਿੱਚ ਪਏ ਨੇ, ਕੁਝ ਵੀ ਸਮਝ ਕੇ ਵੀ ਅੱਜ ਸਮਝ ਨਹੀਂ ਆਉਂਦਾ। ਇਹ ਕੋ ਢੂਮ ਜੋ ਭਇਓ ਕੁਰਾਹੀ, ਸੁਨਤ ਰੋਸੇ ਉਰ ਆਵੇ। ਆਖਰਕਾਰ ਗੱਲ ਕੀ ਹੈ ਜੀ? ਤੁਸੀਂ ਵੀ ਸੋਚਦੇ ਹੋਵੋ ਕਿ ਭਾਈ ਮਰਦਾਨਾ ਜੀ ਦੇ ਘਰੇ ਜਾਂਦਾ ਹੈ, ਕੋਈ ਬੁਲਾਉਂਦਾ ਹੀ ਨਹੀਂ। ਹੁਣ ਸੁਣਨ ਤੋਂ ਤੇ ਇਹੀ ਲੱਗਦਾ ਹੈ ਕੋਈ ਤੇ ਗਲਤੀ ਹੋਣੀ। ਹਰੇਕ ਬੰਦਾ ਤੇ ਪਾਗਲ ਹੈ, ਹਰ ਇੱਕ ਦਾ ਦਿਮਾਗ ਨਹੀਂ ਖਰਿਆ ਵੀ ਜਿਹੜਾ ਆਏ ਹਰੇਕ ਨੂੰ ਗਲਤ ਬੋਲ ਦੋ। 2-4 ਬੋਲ ਸਕਦੇ, 5-10 ਕਿਸੇ ਦੀ ਚੱਕ ਕੇ ਬੋਲ ਸਕਦੇ, ਸਾਰੇ ਕਿਉਂ? ਅਸਲ ਗੱਲ ਪਤਾ ਕੀ ਸੀ? ਜਦੋਂ ਡੂਮ ਪੁੱਛਿਆ ਕਰਨ ਮਰਾਸੀ ਵੀ ਤੂੰ ਆਇਆ ਕਿੱਥੋਂ ਹੈ, ਉਹ ਕਹਿ ਦਿਆ ਕਰੇ ਮੈਨੂੰ ਭੇਜਿਆ ਗੁਰੂ ਨਾਨਕ ਸਾਹਿਬ ਨੇ।
ਜਦ ਜਦ ਗੁਰੂ ਨਾਨਕ ਸਾਹਿਬ ਦਾ ਨਾਮ ਆ ਜਾਇਆ ਕਰੇ ਉਸ ਰੱਬ ਪਰਮਾਤਮਾ ਦਾ, ਤੇ ਮਨਮੁਖ ਲੋਕ ਕਿਹਾ ਕਰਨ ਸਾਡੀ ਦਹਲੀਜ਼ੋਂ ਪਾਰ ਹੋ ਜਾ, ਇੱਥੇ ਨਾ ਖੜ ਜੀ। ਇਹ ਕਿਉਂ ਹੋ ਰਿਹਾ? ਪਤਾ ਕੀ ਸ਼ਬਦ ਵਰਤਦੇ ਸੀ? ਅੱਲਾ ਮਾਫ ਕਰੇ, ਰੱਬ ਬਖਸ਼ੇ। ਕਹਿੰਦੇ ਇਹ ਉਸ ਕੁਰਾਹੀਏ ਦਾ ਡੂਬ ਹੈ, ਉਹਦਾ ਮਰਾਸੀ ਹੈ ਇਹ ਜਿਹੜਾ ਕੁਰਾਹੇ ਪੈ ਗਿਆ। ਕੌਣ? ਜਿਹਨੂੰ ਭੂਤਨਾ ਕਹਿੰਦੇ ਆ, ਮਸਤਾਨਾ ਕਹਿੰਦੇ ਆ, ਪਾਵਰਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਿਰੁੱਧ ਇੰਨੀ ਨਫ਼ਰਤ ਸੁਲਤਾਨਪੁਰ ਲੋਧੀ ਦੇ ਪਾਪੀ ਲੋਕ ਕਰਦੇ ਸੀ। ਆਖੋ ਸਤਿਨਾਮ। ਨਫ਼ਰਤ ਪੈਦਾ ਉੱਥੇ ਹੁੰਦੀ ਜਿੱਥੇ ਦਿਲ ਵਿੱਚ ਪਾਪ ਹੋਵੇ। ਪਾਪ ਦੀ ਨੀਂਹ ਉੱਤੇ ਨਫ਼ਰਤ ਉਪਜਦੀ ਹੈ। ਤੇ ਖਾਸ ਕਰਕੇ ਦੁਨੀਆ ਦੇ ਧਰਮਾਂ ਦੀ ਜਦੋਂ ਸਟੱਡੀ ਕਰੀਏ, ਇਹ ਸੱਚ ਹੈ। ਸਭ ਤੋਂ ਵੱਧ ਨਫ਼ਰਤ ਦੀ ਦਾਤ ਅਜੋਕੇ ਸਮੇਂ ਦੀ ਸਿੱਖੀ ਵਿੱਚ ਹੈ। ਸਭ ਤੋਂ ਵੱਧ ਪਾਠੀ ਨੂੰ ਪਾਠੀ ਵੇਖ ਰਾਜੀ ਨਹੀਂ, ਰਾਗੀ ਨੂੰ ਰਾਗੀ ਬਰਦਾਸ਼ਤ ਨਹੀਂ ਕਰਦਾ, ਸਾਧ ਨੂੰ ਸਾਧ ਨਹੀਂ ਵੇਖਦਾ, ਕਥਾਵਾਚਕ ਨੂੰ ਕਥਾਵਾਚਕ ਵੇਖ ਕੇ ਰਾਜੀ ਨਹੀਂ, ਢਾਡੀ ਨੂੰ ਢਾਡੀ, ਤੇ ਸੰਗਤ ਨੂੰ ਸੰਗਤ ਵੇਖ ਰਾਜੀ ਨਹੀਂ। ਆਖੋ ਸਤਿਨਾਮ। ਪ੍ਰਬੰਧਕ ਪ੍ਰਬੰਧਕਾਂ ਦੇ ਮਗਰ ਪਿਆ ਹੋਏ। ਸੱਚ ਹੈ ਕਿ ਝੂਠ ਹੈ? ਇਹ ਖਾਮੀਆਂ ਸਾਡੇ 'ਚ ਬਹੁਤ ਵੱਡੀਆਂ ਨੇ। ਕਦੋਂ ਤੋਂ ਆਈਆਂ? 1990 ਤੋਂ ਬਾਅਦ। ਉਹ ਤੋਂ ਪਹਿਲਾਂ ਨਹੀਂ ਸੀ। ਉਹ ਤੋਂ ਬਾਅਦ ਤੇ ਬਸ ਈਰਖਾ ਹਰੇਕ ਦੀ ਝੋਲੀ ਹੈ। ਕੋਈ ਨਿਤਨੇਮ ਕਰਨ ਵਾਲਾ ਹੈ, ਉਹ ਜੇ 5 ਤੋਂ 7 ਬਾਣੀਆਂ ਪੜ੍ਹਦਾ ਉਹਦੇ ਨਾਲ ਈਰਖਾ ਕਰੀ ਜਾਂਦਾ। ਕਿਉਂ ਕਰਦਾ? ਜੇ ਕੋਈ ਸਹਿਜ ਪਾਠ ਕਰਦਾ ਉਹਨੂੰ ਨਹੀਂ ਬੁਲਾਉਂਦਾ ਵੀ ਅਸੀਂ ਖੰਡ ਪਾਠ ਕਰਦੇ ਹਾਂ, ਸਹਿਜ ਪਾਠ ਕਿਉਂ ਕਰਦੇ? ਉਹਨਾਂ ਨਾਲ ਪੜ੍ਹਦਾ। ਈਰਖਾ ਈਰਖਾ ਉਪਜਦੀ ਉੱਥੇ ਆ ਜਿੱਥੇ ਪਾਪ ਹੋਵੇ। ਪਾਪੀ ਮਨ ਦੇ ਵਿੱਚ ਹਮੇਸ਼ਾ ਈਰਖਾ ਰਹਿੰਦੀ। ਸਾੜਾ ਗੁਰੂ ਨਾਨਕ ਸਾਹਿਬ ਨਾਲ ਈਰਖਾ ਕਰਨ ਵਾਲੇ ਪੁੰਨੀ ਹੋ ਸਕਦੇ ਆ ਜੀ? ਉਹ ਕੌਣ ਲੋਕ ਸੀ? ਕੰਨਾਂ ਦੇ ਕੱਚੇ ਸੀ, ਜਿਨ੍ਹਾਂ ਨੇ ਬਸ ਇੰਨਾ ਸੁਣਿਆ ਵੀ ਇਹਨੇ ਮੋਦੀ ਖਾਨਾ ਉਜਾੜਤਾ, ਨਵਾਬ ਸਾਹਿਬ ਨੂੰ ਘਰ ਡਾਬਾਤਾ। ਸੁਣੀਆਂ ਗੱਲਾਂ ਨੇ ਨਾ, ਸਾਬਤ ਕਰ ਸਕਦਾ ਸੀ ਕੋਈ? ਬਸ ਸੁਣ ਸੁਣਾ ਕੇ ਗੁਰੂ ਨਾਨਕ ਸਾਹਿਬ ਦੇ ਇੰਨਾ ਵਿਰੁੱਧ ਬੋਲ ਗਏ। ਅੱਜ ਕਹਿੰਦੇ ਭਾਈ ਮਰਦਾਨਾ ਜਿਹੜੇ ਘਰ ਜਾਂਦਾ ਹੈ ਉਹਨੂੰ ਇਹ ਕਹਿ ਕੇ ਬੋਲਦੇ ਆ ਵੀ ਤੂੰ ਉਸ ਕੁਰਾਹੀਏ ਦਾ ਡੂਮ ਹੈ ਜਿਹਨੇ ਆਪਣਾ ਘਰ ਪਰਿਵਾਰ ਨਹੀਂ ਬਖਸ਼ਿਆ, ਕਿਤੇ ਤੇਰਾ ਪਰਛਾਵਾਂ ਸਾਡੇ ਤੇ ਨਾ ਪੈ ਜਾਵੇ, ਜਾ ਇੱਥੋਂ ਚਲੇ ਜਾ। ਭਾਈ ਮਰਦਾਨੇ ਨੂੰ ਚੰਗਾ ਨਹੀਂ ਲੱਗਦਾ। ਕਿੰਨਾ ਪਿਆਰ ਮਰਦ ਨੂੰ ਕਰਦਾ ਹੈ। ਜਿਸ ਪ੍ਰੀਤਮ ਨਾਲ ਪ੍ਰੇਮ ਹੋਵੇ, ਜੇ ਸੱਜਣ ਤੋਂ ਜਾਨ ਵਾਰੀ ਜਾਵੇ, ਤੇ ਉਹਦੇ ਵਿਰੁੱਧ ਕੋਈ ਬੋਲੇ ਤੇ ਜਾਨ ਕੱਢਣ ਨੂੰ ਜਿੱਦ ਕਰਦਾ ਹੈ। ਇਹ ਪ੍ਰੇਮ ਹੁੰਦਾ। ਭਾਈ ਮਰਦਾਨੇ ਨੂੰ ਗੁੱਸਾ ਆਵੇ ਕੱਲੇ ਕੱਲੇ ਬੰਦੇ ਤੇ ਵੀ, ਬੋਲਦੇ ਵੀ ਮੈਨੇ ਗੁਰੂ ਨਾਨਕ ਸਾਹਿਬ ਬਾਰੇ, ਕਿਉਂਕਿ ਭਾਈ ਮਰਦਾਨੇ ਦੀ ਨਜ਼ਰ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਨੇ, ਕੋਈ ਨਾ ਪਾਪੀਆਂ ਦੀ ਨਜ਼ਰ ਥੋੜਾ ਨੇ। ਪਾਪੀ ਬੰਦੇ ਸਾਹਮਣੇ ਧਰਮ ਦੀ ਗੱਲ ਕਰੋਗੇ, ਉਹ ਕਹਿੰਦਾ ਲੈ ਪਖੰਡ ਹੈ, ਚ ਕੀ ਹੈ, ਟਾਈਮ ਪਾਸ ਹੈ। ਨਾਸਤਿਕ ਬੰਦੇ ਕੋ ਰੱਬ ਦੀ ਗੱਲ ਕਰਕੇ ਵੇਖੋ, ਟਾਈਮ ਦੀ ਬਰਬਾਦੀ ਹੈ, ਵਕਤ ਦੀ ਬਰਬਾਦੀ ਹੈ, ਕਿਉਂਕਿ ਉਹ ਕੂਸ਼ ਉਹ ਹੈ ਜਿਹਨੇ ਕਦੇ ਸਿੱਧਾ ਨਹੀਂ ਹੋਣਾ। ਭਾਈ ਮਰਦਾਨੇ ਨੂੰ ਖਿੱਚ ਚੜ੍ਹਦੀ ਹੈ ਵੀ ਇਹਨਾਂ ਲੋਕਾਂ ਨਾਲ ਲੜਾਂ, ਪਰ ਸੋਚਦਾ ਲੜਾਂ ਕਿਹਦੇ ਨਾਲ? ਇੱਥੇ ਤੇ ਮੈਨੂੰ ਸਾਰੇ ਡੂਮ ਕਹਿੰਦੇ ਆ, ਮੈਨੂੰ ਮਰਾਸੀ ਕਹਿੰਦੇ ਆ, ਕਹਿੰਦੇ ਵੀ ਕੁਰਾਹੀਆ। ਕਹਿੰਦੇ ਕੰਨ ਪੱਕ ਕੇ ਸੁਣ ਸੁਣ ਕੇ ਲੋਕਾਂ ਕੋਲੋਂ ਹੈਰਾਨ ਨੇ ਵੀ ਸਾਰੇ ਬੰਦੇ ਇੱਕੋ ਗੱਲ ਕਿਉਂ ਕਰਦੇ। ਭਾਈ ਜਿਹੜੇ ਮੂਰਖ ਲੋਕ ਹੁੰਦੇ ਆ, ਉਹ ਕੰਨਾਂ ਅੱਖਾਂ ਤੋਂ ਕਦੇ ਕੰਮ ਨਹੀਂ ਕਹਿੰਦੇ। ਖਾਸ ਕਰਕੇ ਚਲੋ ਕਹਿਣਾ ਤੇ ਨਹੀਂ ਚਾਹੀਦਾ, ਆਪਣਾ ਪੰਜਾਬ ਹੈ ਜਿਹੜਾ, ਇਹ ਸਭ ਤੋਂ ਖਾਸ ਹੈ। ਖਾਸ ਕਿਉਂ ਹੈ? ਪੂਰੀ ਸੈਂਟਰ ਦੀ ਗਵਰਨਮੈਂਟ ਨੂੰ ਪਤਾ ਹੈ, ਪੂਰੇ ਇੰਡੀਆ ਨੂੰ ਪਤਾ ਹੈ, ਵਿਦੇਸ਼ੀਆਂ ਨੂੰ ਪਤਾ ਹੈ ਵੀ ਇਹ ਇਹੋ ਜਿਹੇ ਬੰਦੇ ਆ 5 ਸਾਲ ਗਾਲਾਂ ਕੱਢਦੇ ਸਰਕਾਰ ਵੀ ਇਹ ਘਟੀਆ ਬੰਦੇ, ਘਟੀਆ ਬੰਦੇ। ਜਿੱਦਣ ਇਲੈਕਸ਼ਨ ਹੁੰਦੀ ਇੱਕ ਬੋਤਲ ਪਿੱਛੇ ਬਟਨ ਦਬਾਉਂਦੇ ਆ। ਸਤਿਨਾਮ। ਉਹਦਨੇ ਮੈਜੋਰਟੀ ਬਣਾਈ ਫਿਰਦੇ ਆ। ਕਿਸਾਨ ਅੰਦੋਲਨ ਚੱਲਦਾ ਹੈ, ਕਿੰਨੇ ਕੁ ਗਏ ਹੋਏ ਹੁਣ ਉੱਥੇ? ਕੀ ਚੱਲਦਾ ਹੈ? ਰੈਲੀਆਂ, ਦਲ ਬਦਲੂ ਕੰਮ। ਕਿਤੇ ਨਾ ਕਿਤੇ ਇਹਨਾਂ ਲੋਕਾਂ ਲਈ ਅੰਦੋਲਨ ਇੱਕ ਖੇਡ ਹੈ, ਇੱਕ ਤਮਾਸ਼ਾ ਹੈ। ਉਹਦੀ ਆੜ ਥੱਲੇ ਸਾਰੇ ਆਪਣੇ ਆਪਣੇ ਨੂੰ ਸਿੱਧੀ ਕਰਦੇ ਫਿਰਦੇ। ਇਹ ਤੋਂ ਬਾਅਦ ਕੀ ਕੁਛ ਨਹੀਂ। ਇਹ ਸਾਡੀ ਨੀਚਤਾ ਹੈ। ਸਾਡੇ ਲੋਕਾਂ 'ਚ ਏਕਤਾ ਨਹੀਂ ਹੈ। ਪੰਜਾਬੀਆਂ 'ਚ ਏਕਤਾ ਨਾ ਪਹਿਲਾਂ ਸੀ ਨਾ ਅੱਜ ਹੈ, ਪਰ ਸਿੱਖ ਕੌਮ ਵਿੱਚ ਸੀ। ਭਾਵੇਂ ਉਹਨਾਂ ਸਮੇਂ 'ਚ ਮਿਸਲਾਂ ਬੜੀਆਂ ਸੀ, ਜਦ ਧਰਮ ਤੇ ਗੱਲ ਆਉਂਦੀ ਸੀ ਨਾ, ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ, ਭੁਲਾ ਦਿੰਦੇ ਸੀ ਮਤਭੇਦ। ਮੈਂ ਕਹਿੰਦਾ ਅੱਜ ਇੰਟਰਨੈਟ ਤੇ ਵੇਖ ਲਓ ਹਾਲਾਤ ਕੀ ਨੇ ਜੀ। ਇੱਕ ਬੰਦਾ ਲੱਭ ਕੇ ਵਿਖਾ ਦਿਓ ਜਿਹੜਾ ਕਿਸੇ ਦੇ ਹੱਕ 'ਚ ਬੋਲਦਾ ਹੋਵੇ, ਚਾਹੇ ਉਹ ਨੌਜਵਾਨ ਸਿੱਖ ਹੈ, ਚਾਹੇ ਬਜ਼ੁਰਗ ਹੈ। ਹਰ ਵੇਲੇ ਨਫ਼ਰਤ ਦੀ ਬੰਦੂਕ ਮਿਲੀ ਹੋਈ ਆ ਜੇ ਸਾਹਮਣੇ ਸ਼ਾਟ ਮਾਰਦੇ ਆ ਹਰ ਵੇਲੇ। ਇਹੀ ਚੱਲਦਾ, ਕਿਉਂਕਿ ਇੱਥੋਂ ਦੇ ਲੋਕਾਂ ਦੇ ਵਿੱਚ ਇੱਕ ਮੂਰਖਤਾ ਹੈ ਪਹਿਲੇ ਦਿਨ ਤੋਂ ਹੀ ਹੈ ਵੀ ਅਸੀਂ ਨਾ ਕਈ ਸਾਲ ਲੇਟ ਚੱਲਦੇ ਹਾਂ।
ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਅਕਲ ਉਦਣ ਆਈ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਨਾ, ਫਿਰ ਇਹ ਲੋਕ ਰੋਂਦੇ ਫਿਰਦੇ ਸੀ, ਕਹਿੰਦੇ ਅਸੀਂ ਕਿਉਂ ਨਹੀਂ ਪਛਾਣਿਆ। ਆਖੋ ਸਤਿਨਾਮ। ਅੱਜ ਕੀ ਕਹਿੰਦੇ ਆ, ਸੁਣ ਸੁਣਾ ਕੇ ਲੋਕਾਂ ਨਿੰਦਕਾਂ ਦੀਆਂ ਗੱਲਾਂ, ਉਹ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਜ਼ਹਿਰ ਉਗਲਦੇ ਆ। ਭਾਈ ਮਰਦਾਨਾ ਇੱਕ ਦਰਵੇਸ਼ ਵਿਚਾਰਾ, ਦਰਵੇਸ਼ ਉੱਥੋਂ ਆਇਆ ਸੀ, ਉਹਨੂੰ ਕੀ ਪਤਾ ਸੀ ਮੈਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੈ। ਗੁੱਸਾ ਚੜ ਗਿਆ, ਪਰ ਸੋਚਿਆ ਵੀ ਆਪਾਂ ਪਰਦੇਸੀ ਹਾਂ, ਕਿਹਦੇ ਨਾਲ ਲੜਾਂ, ਕੀ ਆਖਾਂਗੇ। ਇੱਥੇ ਸਮੇਂ ਦਾ ਨਵਾਬ ਹੈ, ਜਦ ਉਹ ਨਹੀਂ ਕਿਸੇ ਨੂੰ ਰੋਕ। ਕਹਿੰਦੇ ਜੀ ਘਰਾਂ ਵਿੱਚ ਈਰਖਾ ਗੁਰੂ ਸਾਹਿਬ ਦੇ ਪ੍ਰਤੀ ਕਰਦੇ ਸੀ ਲੋਕ। ਤੁਸੀਂ ਆਪ ਸੋਚ ਕੇ ਵੇਖੋ ਵੀ ਲੋਕਾਂ ਦਾ ਕਿੰਨਾ ਹੀ ਆਵਾ ਉੱਡਿਆ ਹੋਣਾ। ਜਿਨ੍ਹਾਂ ਨੇ ਭਾਈ ਮਰਦਾਨੇ ਨੂੰ ਘਰ ਆਇਆ ਬੁਲਾਇਆ ਨਹੀਂ ਹੈ, ਕਹਿੰਦੇ ਸੀ ਤੇਰਾ ਪਰਛਾਵਾਂ ਸਾਡੇ ਤੇ ਨਾ ਪੈ ਜੇ, ਪਾਸੇ ਹੋ ਜਾ, ਤੂੰ ਉਸ ਨਾਨਕ ਦਾ ਡੂਮ ਹੈ। ਦੋਹਰ ਫਿਰਦੇ ਇੱਕ ਸ਼ਰਮ ਭਇਓ, ਦੂਸਰ ਨਿੰਦਕ ਬੈਨ। ਅੱਜ ਪਹਿਲੀ ਵਾਰ ਭਾਈ ਮਰਦਾਨਾ ਜੀ ਦੁਖੀ ਹੋਏ। ਇੱਕ ਤੇ ਗਲੀ ਫਿਰਦਿਆਂ ਥੱਕ ਗਏ, ਦੂਜਾ ਨਿੰਦਕਾਂ ਦੇ ਬੋਲਾਂ ਨੇ ਰੂਹ ਅੰਦਰ ਤੱਕ ਸਾੜ ਕੇ ਰੱਖਦੀ। ਜਿਹਦੇ ਘਰ ਜਾਵਾਂ ਕੋਈ ਤੇ ਕਹੇ ਵੀ ਭਾਈ ਫਕੀਰ ਕੋਲੋਂ, ਸਾਧੂ ਕੋਲੋਂ, ਰੱਬ ਦੇ ਪਿਆਰਿਆਂ ਕੋਲੋਂ ਆਏ ਆ ਬੈਠ, ਜਲ ਪਾਣੀ ਛਕ ਲੈ, ਰੋਟੀ ਖਾ ਲੈ। ਸਵੇਰ ਤੋਂ ਦੁਪਹਿਰ ਤੋਂ ਸ਼ਾਮ ਹੋਣ ਵਾਲੀ ਆ ਗਈ, ਜਿਵੇਂ ਲੋਕਾਂ ਨੇ ਸਲਾਹ ਕੀਤੀ ਹੁੰਦੀ ਵੀ ਮਾੜਾ ਬੋਲਣਾ, ਕਿਉਂਕਿ ਨਿੰਦਕਾਂ ਦੀ ਹੁੰਦੀ ਆ ਮਜ਼ੋਰਟੀ। ਸੱਚਾ ਬੰਦਾ ਹਮੇਸ਼ਾ ਇਕੱਲਾ ਹੀ ਬੋਲਦਾ। ਆਖੋ ਸਤਿਨਾਮ। ਨਿੰਦਕਾਂ ਨੂੰ ਇੱਥੋਂ 70 ਕਿਲੋਮੀਟਰ ਤੇ ਵੀ ਚਲੇ ਜਾਓਗੇ ਨਾ, ਉੱਥੇ ਵੀ ਇੱਕੋ ਗੱਲ ਹੋ। 1000 ਕਿਲੋਮੀਟਰ ਤੇ ਚਲੇ ਜਾਓਗੇ, 5000 ਤੇ ਚਲੇ ਜਾਓਗੇ, ਨਿੰਦਕਾਂ ਦਾ ਸੰਪਰਕ ਇੱਕੋ ਹੋਏਗਾ, ਇੱਕੋ ਗੱਲਬਾਤ ਹੋਏਗੀ, ਇੱਕੋ ਲਿਬਾਸ ਹੋਏਗਾ, ਇੱਕੋ ਗਿਰਦੀ ਹੋਏਗੀ। ਪਰ ਖਰਾ ਬੰਦਾ ਤੇ ਪਰਿਵਾਰ ਵਿੱਚ ਬੈਠਾ ਵੀ ਪਰਿਵਾਰ ਤੋਂ ਗੱਲ ਹੀ ਹੁੰਦਾ ਹੈ, ਕਿਉਂਕਿ ਸੱਚ ਉਹਦੇ ਹੁੰਦੇ। ਭਾਈ ਮਰਦਾਨਾ ਕਿਸੇ ਵਿੱਚ ਰਲਿਆ ਨਾ, ਗੁੱਸਾ ਆਉਂਦਾ ਵੀ ਬੜਾ ਸੀ, ਪਰ ਸੰਭਾਲਦਾ ਸੀ ਆਪਾ। ਆਖਿਰਕਾਰ ਨਾ ਪਿੰਡੋਂ ਬਾਹਰ ਆ ਕੇ ਬਹਿ ਗਏ, ਹੌਸਲਾ ਜਿਹਾ ਛੱਡਦਾ ਵੀ ਬਾਬਾ ਜੀ ਤੇ ਕਹਿੰਦੇ ਸੀ ਰਬਾਬ ਲੈ ਕੇ ਆਏ, ਇੱਥੇ ਤੇ ਕੋਈ ਮੰਗਿਆ ਪਾਣੀ ਨਹੀਂ ਪਿਲਾਉਂਦਾ। ਆਖੋ ਸਤਿਨਾਮ। ਰਬਾਬ ਕੌਣ ਕਰੇਗਾ, ਮੁਸੀਬਤ ਬਣ ਗਈ। ਦੁਖੀ ਹੈ ਮਨ, ਇੱਕ ਬੰਦਾ ਬੁਰਾ ਕਹੇ, ਦੋ ਕਹਿਣ, ਤਿੰਨ ਕਹਿਣ, ਮਨ ਕਲਪ ਜਾਂਦਾ। ਜਿਹਦੇ ਨਾਲ ਤੁਸੀਂ ਪ੍ਰੀਤ ਕਰਦੇ ਹੋ, ਜਿਹਨੂੰ ਚਾਹੁੰਦੇ ਹੋ, ਗੁਰੂ ਪਿਆਰੇ ਸਤਿਗੁਰੂ, ਉਹਦੀ ਨਿੰਦਿਆ ਸੁਣ ਸਕਦੇ ਹੋ ਜੀ। ਦੁਖੀ ਹੋ ਜਾਂਦਾ ਹੈ। ਭਾਈ ਮਰਦਾਨਾ ਇੰਨੇ ਗੁੱਸੇ 'ਚ ਹੈ, ਆਪਣਾ ਆਪ ਸੰਭਾਲਦੇ ਨੇ, ਕਹਿੰਦੇ ਮੇਰਾ ਮਕਸਦ ਰਬਾਬ ਹਾਸਲ ਕਰਨਾ ਹੈ, ਨਿੰਦਕਾਂ ਉੱਲੂਆਂ ਦੇ ਨਾਲ ਮੈਂ ਲੜਨ ਨਹੀਂ ਆਇਆ। ਸੋਹਣਾ ਮਨ ਮੇ ਦੁਖਿਅਤ ਭਇਓ, ਕਛ ਬਸ ਆਪਨ ਚਲੇ ਨਾ। ਆਖਰਕਾਰ ਭਾਈ ਮਰਦਾਨਾ ਜੀ ਇੰਨੇ ਦੁਖੀ ਹੋ ਗਏ, ਇੰਨੇ ਪਰੇਸ਼ਾਨ ਹੋ ਗਏ, ਕਹਿੰਦੇ ਬਸ ਕੋਈ ਨਾ ਚੱਲਿਆ। ਫਿਰ ਇਹ ਸੋਚ ਲਿਆ ਚੱਲ ਮਨਾ ਖਾਲੀ ਚੱਲੀਏ, ਲੋਕਾਂ ਦੀ ਸੁਣਨ ਨਾਲੋਂ ਪਰੇ ਠੀਕ ਹੈ। ਕੀ ਫਾਇਦਾ ਹੈ, ਜਿਹਦੇ ਘਰ ਜਾਵਾਂ ਪਹਿਲਾਂ ਤੇ ਹਲਕਾ ਜਿਹਾ ਪੁੱਛਦੇ ਆ ਕਿੱਥੋਂ ਆਇਆ, ਜਦੋਂ ਮੈਂ ਦੱਸ ਦਿੰਦਾ ਮੈਨੂੰ ਨਾਨਕ ਜੀ ਤੇ ਭੇਜਿਆ, ਉਹਦੀ ਕਹਿੰਦੇ ਭੱਜ ਆਓ ਇੱਥੇ ਨਾ ਬੜੀ। ਇਹ ਹੋ ਕਿਉਂ ਰਿਹਾ? ਭਾਈ ਮਰਦਾਨਾ ਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਹਾਲਾਤ ਨਹੀਂ ਦੇਖੇ। ਇਹ ਸਾਰੀ ਕਰਾਮਾਤ ਸੀ ਨਿੰਦਕ ਲੋਕਾਂ ਦੀ। ਆਖੋ ਸਤਿਨਾਮ। ਜਿੰਨਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰ ਕਰਕੇ, ਕਦੇ ਕਹਿੰਦੇ ਸੀ ਵੇਈ ਚ ਡੁੱਬ ਗਿਆ, ਕਦੇ ਕਹਿੰਦੇ ਝੱਲਾ ਹੋ ਗਿਆ, ਕਦੇ ਕਹਿੰਦੇ ਮੋਦੀ ਖਾਨਾ ਉਜਾੜਤਾ, ਕਦੇ ਕਹਿੰਦੇ ਨੇ ਭੱਜ ਜਾਣਾ ਸਭ ਕੁਝ ਛੱਡ ਕੇ, ਇਹਨੇ ਡੁੱਬ ਜਾਣਾ। ਉਹ ਗੱਲਾਂ ਲੋਕਾਂ ਨੇ ਅੰਦਰ ਰੱਖੀਆਂ ਕਿਉਂ? ਦੁਨੀਆ ਦੇ ਦਿਲ ਕੋਈ ਬਹੁਤੇ ਗਹਿਰੇ ਤੇ ਦੁਨੀਆ ਬਹੁਤੀ ਸਿਆਣੀ ਨਹੀਂ ਹੁੰਦੀ। ਲੋਕ ਸਿਰਫ ਉਹੀ ਗੱਲਾਂ ਨੋਟ ਕਰਦੇ ਨੇ ਜੋ ਉਹਨਾਂ ਦੇ ਜੀਵਨ ਵਿੱਚ ਆਪ ਹੁੰਦੀਆਂ ਨੇ। ਸਤ ਸੰਗ ਕਿੰਨੀਆਂ ਥਾਵਾਂ ਤੇ ਹੁੰਦੀ ਹੈ, ਰੱਬ ਦੀਆਂ ਗੱਲਾਂ, ਕਿੰਨੇ ਕੁ ਲੋਕ ਰੱਬ ਦਾ ਨਾਮ ਜਪਦੇ ਆ, ਕਿੰਨੇ ਕੁ ਧਿਆਉਂਦੇ, ਕਿੰਨੇ ਕੁ ਸੁਣਦੇ ਆ, ਕਿਉਂਕਿ ਅੰਦਰੋਂ ਭਾਂਡਾ ਹੀ ਨਹੀਂ। ਨਿੰਦਕਾਂ ਦੇ ਥਾਂ ਟੋਲੇ ਆ, ਸੜਕ ਤੇ ਇੱਕ ਬੰਦਾ ਗਾਲਾਂ ਕੱਢੇ, 1000 ਬੰਦਾ ਖੜ ਕੇ ਸੁਣਦਾ। ਕੀ ਹੋ ਗਿਆ? ਅੰਦਰ ਮੈਲ ਆ ਨਾ, ਮੈਲੀਆਂ ਚੀਜ਼ਾਂ ਅਸੀਂ ਐਕਸੈਪਟ ਕਰਦੇ ਹਾਂ, ਰੱਖੀਆਂ ਕਰਦੇ ਆ, ਕਿਉਂਕਿ ਮਨ ਨੂੰ ਚੰਗੀਆਂ ਲੱਗਦੀਆਂ। ਹੁਣ ਜਿੰਨੇ ਲੋਕਾਂ ਦੇ ਵਿੱਚ ਸੀ ਨਿੰਦਿਆ ਸੀ, ਈਰਖਾ ਸੀ, ਸਾੜਾ ਸੀ, ਕ੍ਰੋਧ ਸੀ, ਹੰਕਾਰ ਸੀ, ਭਾਈ ਮਰਦਾਨਾ ਸੋਚਦਾ ਵੀ ਗੁਰੂ ਪਾਤਸ਼ਾਹ ਦੇ ਵਿਰੁੱਧ ਕਿਉਂ ਬੋਲਦੇ ਨੇ। ਸਤਿਗੁਰ ਤੇ ਇਹਨਾਂ ਲੋਕਾਂ ਨੂੰ ਖਵਾਉਂਦੇ ਰਹੇ ਆ, ਮੋਦੀ ਖਾਨਾ ਖੋਲ ਕੇ। ਇਹ ਲੋਕ ਵੀ ਆਉਂਦੇ ਸੀ, ਲੁੱਟ ਕੇ ਵੀ ਲੈ ਕੇ ਜਾਂਦੇ ਸੀ, ਮੰਗ ਕੇ ਵੀ ਲੈ ਕੇ ਜਾਂਦੇ ਸੀ। ਮਰਦ ਨੇ ਤੇ ਕਦੇ ਨਫ਼ਰਤ ਨਹੀਂ ਕੀਤੀ, ਕਿਸੇ ਨੂੰ ਮਾੜਾ ਨਹੀਂ ਕਿਹਾ, ਪਰ ਮੇਰੇ ਗੁਰੂ ਬਾਰੇ ਇਦਾਂ ਕੋਈ ਬੋਲੇ ਮੈਥੋਂ ਚੱਲਿਆ ਨਹੀਂ ਜਾਣਾ। ਆਖਿਰਕਾਰ ਭਾਈ ਮਰਦਾਨਾ ਜੀ ਉਦਾਸ ਹੋ ਕੇ ਉੱਠ ਗਏ, ਦੁਖੀ ਬੜੇ, ਕੋਈ ਸਮਝ ਨਹੀਂ ਆਉਂਦੇ। ਕਹਿੰਦੇ ਗੁਰੂ ਸਾਹਿਬ ਕਹਿੰਦੇ ਰਬਾਬ ਲੈ ਆ। ਇਹ ਲੋਕ ਮੈਨੂੰ ਨਹੀਂ ਲੱਗਦਾ ਰਬਾਬ ਛੱਡੋ,
कोई ये जवाब भी दे नहीं सकता। मन दुखी सी, मुरझाया होया, हौसला दे ढा लिया कि चल फिर मना गुरु साहब को दसीए। जे मर्ज पुछणगे मर्दानिया रबाब क्यों नहीं लैके आया, मैं की दसूं मर्ज बादशाह जणा खाना तो वैरी बनया होया। दुनिया की हालत की है, संतां नाल वैर कमाउंदे दोस्तां नाल मोह करते सी, प्यार करते सी माया धारियां नाल, पैसे वालियां नाल, हंकारियां नाल, नवाबां नाल, समय दे जेड़े बड़े बड़े मुल्ला मुलाने सी उन्हां नाल। पर एक फकीर बंदगी वाला रब दा प्यारा जो पल्ले तो दान करदा है ओहदे नाल वैर पाई बैठे लोग। पाया पता किन्ना ने? 82 लोग जिन्हां दे घरे भाई मरदाना ही मान करके जाता सी। चलो मेरी कुल भाई ने मेरा इज्जत मान करनगे, वो कहंदे तू साडे घर वड़ गया, अज आ गया गुनाह नहीं, तू उस कुराइए दा रूम है। कहते आ शब्द लोकां ने गुरु नानक साहिब जी नूं बोले। कुराइया शब्द कहाना सौखा नहीं है। इसदा अर्थ की है? माड़े राह चलण वाला, खोटे राह चलण वाला ते रब दी भगती नूं लोग कुराइया दसदे सी। इत्थे तक मत भिट्टी पई सी दुनिया की। आखिरकार भाई मरदाना उठ गया, हौसला छड्डता भी इन्हां निंदकां दे मत्थे कानूं लगने। ਇਹ ਤੇ ਅਵਾ ਤਵਾ ਬੋਲਦੇ ਨੇ ਹਰ ਗੀਤ ਕਾ ਛੰਦ ਫਿਰ ਕਰ ਸਗਰੇ ਨਗਰ ਮੈਂ ਮਰਦਾਨਾ ਹੋਏ ਅਕਲਾਏ ਕੈ। ਭਾਈ ਮਰਦਾਨਾ ਜੀ ਸਾਰਾ ਪਿੰਡ ਸ਼ਹਿਰ ਘੁੰਮਦੇ ਘੁੰਮਦੇ ਅਕਲਾਏ ਕਿ ਇਹ ਵਿਆਕਲ ਹੋ ਗਏ, ਝੱਲੇ ਹੋ ਗਏ, ਥੱਕ ਗਏ, ਕੁਝ ਵੀ ਸਮਝ ਨਹੀਂ ਆਉਂਦਾ, ਵਾਪਸ ਫਿਰਦੇ। ਇਹੋ ਜਿਹੇ ਸ਼ਹਿਰ ਚ ਦੀ ਇੱਕ ਘੜੀ ਰਹਿਣਾ ਔਖਾ ਹੈ ਜਿੱਥੇ ਏਡੇ ਮਾੜੇ ਲੋਕ ਵਸਦੇ ਆ। ਪਰ ਮੇਰੇ ਬਾਬੇ ਨੇ ਕਦੇ ਲੜਾਈ ਨਹੀਂ ਕੀਤੀ ਇਹਨਾਂ ਨਾਲ, ਕਦੇ ਮਾੜਾ ਨਹੀਂ ਕਿਹਾ, ਕਦੇ ਭਾਈ ਮਰਦਾਨੇ ਨੇ ਸੁਣਿਆ ਹੀ ਨਹੀਂ ਮਰਦ ਦੀ ਰਸਨਾ ਤੋਂ। ਗੁਰੂ ਸਾਹਿਬ ਨੇ ਕਿਹਾ ਹੋਵੇ ਮਰਦਾਨੇ ਬਾਜ਼ਾਰ ਚ ਨਾ ਜਾਈ, ਲੋਕ ਆਪਾਂ ਨੂੰ ਮਾੜਾ ਬੋਲਦੇ ਆ ਭਾਈ, ਲੋਕ ਆਪਾਂ ਨੂੰ ਨਿੰਦਿਆ ਕਰਦੇ ਆ, ਸ਼ਰੇਆਮ ਬੋਲ ਜਾਂਦੇ ਸੀ। ਪਰ ਗੁਰੂ ਸਾਹਿਬ ਨੇ ਕਦੇ ਲੋਕਾਂ ਦਾ ਜ਼ਿਕਰ ਹੀ ਨਹੀਂ ਕੀਤਾ, ਕਦੇ ਜ਼ਿਕਰ ਨਹੀਂ, ਕਿਉਂਕਿ ਉਹ ਆਪਣੇ ਆਨੰਦ ਚ ਰਹਿੰਦੇ ਆ। ਅਸੀਂ ਰਹਿੰਦੇ ਆ ਲੋਕਾਂ ਦੇ ਜ਼ਿਕਰਾਂ ਚ। किने छिक मारी है, किने डकार लिया, किने किहड़े कपड़े पाए, किहड़ा कित्थे खड़े है, किहड़ा किहनूं बुलाउंदा है। साडे अंदर हर वेले पाप, हर वेले वैर, हर वेले। पर बंदगी वाले गुरु नानक साहिब महाराज कदे नहीं देखदे। कदे काजी बोलण आउंदा है, कदे मुल्ला बोलण आउंदा है माड़ा चंगा, कदे लोग बोल जांदे आ, कदे कहंदे लै मोदी खाना लुटाता, ये डुब गया जाके सफाई दे किसे प्रधान नहीं सी। पर भाई मरदाना जी नूं अज गुस्सा आ गया भी गुरु साहब नूं इन्ना भी चुप नहीं रहना चाहिए। ਇਹ ਲੋਕ ਨਿੰਦਿਆ ਕਰਦੇ ਨੇ, ਸਤਿਗੁਰ ਜਵਾਬ ਕਿਉਂ ਨਹੀਂ ਦਿੰਦੇ? ਉਹ ਸੋਚ ਸੋਚ ਵਿਆਕੁਲ ਹੋ ਗਏ। ਵੈਸੇ ਸ੍ਰੀ ਨਾਨਕ ਜਹਾਂ ਤਹਿ ਥਕਤ ਸੋ ਬੈਠਿਓ ਆਏ ਕੇ। ਚੱਲ ਕੇ ਵਾਪਸ ਘਰੇ ਆ ਕੇ ਵੇਖਿਆ ਇੱਥੇ ਸਤਿਗੁਰ ਨਹੀਂ। ਬੇਬੇ ਨਾਨਕੀ ਜੀ ਨੇ ਦੱਸਿਆ ਉਹ ਜੰਗਲਾਂ ਵਿੱਚ ਚਲੇ। ਭਾਈ ਮਰਦਾਨਾ ਜਦੋਂ ਰਬਾਬ ਲੈਣ ਗਿਆ ਸੀ ਬੜਾ ਖੁਸ਼ ਹੋ ਕੇ ਗਿਆ ਸੀ, ਹੁਣ ਤੇ ਖਿਜਿਆ ਪਿਆ। ਚੱਲ ਕੇ ਜਿੱਥੇ ਮਰਦ ਬੈਠੀ ਮੱਥਾ ਟੇਕ ਕੇ ਕੋਲੇ ਰਹੇ, ਦੁਖੀ ਬੜਾ ਹੈ। ਬਸ ਜੇ ਉਹਦਾ ਬਸ ਚੱਲਿਓ ਤੇ ਆਖੇ ਮਰਦ ਮੈਂ ਨਹੀਂ ਜਾਂਦਾ ਕਿਸੇ ਕੋਲ ਗਈ ਤੂੰ ਸਿੱਖੀ ਹੈ। ਗੁਰੂ ਸਾਹਿਬ ਦਾ ਤੇ ਕਸੂਰ ਕੋਈ ਨਹੀਂ ਨਾ, ਸਤਿਗੁਰਾਂ ਤੇ ਪਿਆਰ ਚ ਭੇਜੇ ਤੇ ਲੋਕਾਂ ਦਾ ਕਸੂਰ ਹੈ। ਹੁਣ ਲੋਕਾਂ ਦਾ ਗੁੱਸਾ ਆਪਣੇ ਪਿਆਰੇ ਤੇ ਥੋੜਾ ਲਾਉਣਾ ਹੈ। ਚੁੱਪ ਕਰਕੇ ਬੈਠੇ ਭਾਈ ਮਰਦਾਨਾ ਮਰਦ ਨੇ ਅੱਖਾਂ ਖੋਲ ਕੇ ਦੇਖਿਆ ਵੀ ਰਬਾਬ ਲੈਣ ਗਿਆ ਸੀ, ਬੈਠਾ ਖਾਲੀ ਹੋਈ ਹੈ। ਖੋਸਾ ਦਾ ਨਾਮ ਹੱਥ ਜੋੜੇ ਤੇ ਪਰ ਚੈਨ ਨਹੀਂ ਹੈ, ਬੇਚੈਨ ਹੈ ਭਾਈ ਮਰਦਾਨਾ। ਇੰਨਾ ਕੁਝ ਲੋਕਾਂ ਦਾ ਸੁਣ ਕੇ ਚੈਨ ਆਉਂਦਾ ਨਹੀਂ। ਲੋਕੀ ਕੁਛ ਬੋਲੀ ਜਾਣ, ਕੁਛ ਬੋਲੀ ਜਾਣ, ਇੱਕ ਨਾ ਇੱਕ ਦਿਨ ਬੰਦੇ ਦਾ ਮਨ ਕਲਪ ਜਾਂਦਾ ਵੀ ਅੱਜ ਬੋਲੋ ਫਿਰ ਜਿਹਦੇ ਬੋਲਣਾ ਸਾਹਮਣੇ ਆਓ। ਪਰ ਹੁਣ ਲੋਕਾਂ ਨੇ ਸਾਹਮਣੇ ਵੀ ਬੋਲਤਾ ਭਾਈ ਮਰਦਾਨਾ, ਸਾਹਮਣੇ ਵੀ ਗਏ ਕਹਿੰਦੇ ਲੈ ਇਹ ਉਹਦਾ ਡੂਮ ਹੈ, ਛੱਡੋ ਇਹਨੂੰ ਨਾ ਬੁਲਾਓ ਭਾਈ, ਇਹ ਠੀਕ ਨਹੀਂ ਹੈ। ਇਹਨੇ ਵੀ ਘਾਟਾ। ਭਾਈ ਮਰਦਾਨਾ ਮਰਦ ਦੇ ਸਾਹਮਣੇ ਬੈਠੇ ਸਤਿਗੁਰ ਮੁਸਕਰਾ ਪਏ, ਅੰਤਰਜਾਮੀ ਸਭ ਕੁਝ ਜਾਣਦੇ ਆ ਵੀ ਗਿਆ ਤੇ ਰਬਾਬ ਲੈਣ ਸੀ। ਦੇਖੋ ਖੇਡ ਮਰਦ ਦੀ। ਭਾਈ ਮਰਦਾਨਾ ਮਾਇਆ ਭੁੱਲ ਗਿਆ ਸੀ ਨਾ, ਲੈ ਕੇ ਨਹੀਂ ਨਾ ਗਿਆ, ਖਾਲੀ ਗਿਆ ਤੇ ਖਾਲੀ ਆ ਗਿਆ। ਆਖੋ ਸਤਿਨਾਮ। ਲੈ ਕੇ ਕੀ ਆਇਆ? ਉਲਾਂਭੇ, ਤਾਨੇ, ਮਿਹਣੇ, ਲੋਕਾਂ ਦੀਆਂ ਮਾੜੀਆਂ ਚੰਗੀਆਂ ਗੱਲਾਂ। ਗੁਰੂ ਸਾਹਿਬ ਵੇਖੀ ਜਾਣ, ਮੁਸਕਰਾਈ ਜਾਣ, ਕਹਿੰਦੇ ਮਰਦਾਨਿਆ ਕੀ ਹੋਇਆ, ਖਿਜਿਆ ਪਿਆ? ਮਰਦ ਵੱਲ ਵੇਖ ਕੇ ਫਿਰ ਕਿਉਂਕਿ ਲੋਕਾਂ ਦੇ ਗੁੱਸਾ ਹੀ ਇੰਨਾ ਆਇਆ ਤੇ ਰੋਸਾ ਮਰਦ ਨਾਲ ਵੀ ਹੈ ਵੀ ਬਾਦਸ਼ਾਹ ਲੋਕ ਇੰਨਾ ਕੁਝ ਬੋਲਦੇ ਆ, ਅੰਦਰੋਂ ਅੰਦਰ ਸੋਚਦੇ ਤੁਸੀਂ ਇਹ ਨਗਰ ਕਿਉਂ ਨਹੀਂ ਛੱਡਿਆ, ਲੋਕਾਂ ਨੂੰ ਸਮਝਾਇਆ ਕਿਉਂ ਨਹੀਂ? ਹੁੰਦਾ ਹੈ ਜੀ
ਜੀ ਤੇ ਬੀਤਿਆ। ਉਹ ਕਹਿੰਦਾ ਵੀ ਤੂੰ ਕਿਉਂ ਨਹੀਂ ਬੋਲਿਆ ਬਈ, ਤੇਰੇ ਨਾਲ ਇੰਨਾ ਕੁਝ ਹੋਇਆ, ਚੁੱਪ ਕਿਉਂ ਰਿਹਾ? ਸਤਿਗੁਰੂ ਗੁਰੂ ਸਾਹਿਬ ਅੰਤਰਜਾਮੀ ਵੇਖੀ ਜਾਣ, ਕਹਿੰਦੇ ਮਰਦਾਨਿਆ ਰਬਾਬ ਨਹੀਂ ਲੈ ਕੇ ਆਇਆ, ਬਸ ਚੁੱਪ ਬੈਠੇ ਨੇ। ਸ੍ਰੀ ਮੁਖ ਸੋ ਬੂਝਤ ਭਏ, ਤੇ ਬਦਨ ਹੈ ਬਿਕਲ ਨਿਹਾਰ ਕੇ। ਸਤਿਗੁਰ ਕਹਿੰਦੇ ਮਰਦਾਨਾ ਜੀ ਕਲਪ ਕਿਉਂ ਗਏ, ਪਰੇਸ਼ਾਨ ਕਿਉਂ ਤੂੰ? ਤੇਰੇ ਚਿਹਰੇ ਤੇ ਸ਼ਿਕਨ ਦਿਸਦਾ ਏ, ਦੁਖੀ ਲੱਗਦਾ ਤੂੰ। ਉਹ ਖਿਜਿਆ ਪਿਆ ਗੁਰੂ ਸਾਹਿਬ ਕੋਲ ਬੈਠਾ ਵੀ ਇੱਕ ਤੇ ਰਬਾਬ ਲੈਣ ਗਿਆ, ਰਬਾਬ ਨਹੀਂ ਮਿਲੀ। ਲੋਕਾਂ ਨੇ ਇੰਨਾ ਕੁਝ ਮੈਨੂੰ ਸੁਣਾਤਾ, ਮੇਰਾ ਕੀ ਕਸੂਰ ਹੈ? ਜਿਹੜੇ ਘਰ ਜਾਵਾਂ ਬਦਨਾਮੀ, ਜਿਹੜੇ ਘਰ ਜਾਵਾਂ ਬੇਇੱਜ਼ਤੀ, ਜਿਹੜੇ ਘਰ ਜਾਵਾਂ ਲੋਕ ਮਾੜਾ ਬੋਲਦੇ ਆ, ਧੱਕੇ ਮਾਰਦੇ ਆ। ਮੈਂ ਤੇ ਪਹਿਲੇ ਦਿਨ ਬਾਬੇ ਨਾਲ ਆਇਆ, ਪਰ ਇਹ ਕੀ ਸੋਚਦਾ ਵੀ ਗੁਰੂ ਸਾਹਿਬ ਨੇ ਕਿਹਾ ਸੀ ਭੁੱਖ ਪਿਆਸ ਦੁੱਖ ਝੱਲਣੇ ਪੈਣੇ ਆ, ਖੁਦਾ ਦਾ ਨਾਮ ਉਹਦੇ ਆਪਾਂ ਰਜਿਸਟਰੀ ਕਰਾ ਲਈ। ਮਰਦ ਨੂੰ ਕਹਿੰਦਾ ਸੀ ਮਰਦ ਦੁੱਖ ਆਉਣਗੇ ਭੁੱਖ ਆਉਣਗੇ, ਮੈਂ ਨਹੀਂ ਕਦੇ ਕਹਿੰਦਾ, ਲਾਂਭਾ ਨਹੀਂ ਦਿੰਦਾ। ਤੇ ਮਰਦ ਨੇ ਪਹਿਲੀ ਉਹ ਕਸਵੱਟੀ ਮਰਦਾਂ ਦੇ ਦੇਣਾ ਸੀ, ਕਸਵੱਟੀ ਹੈ ਇਹ। ਲੋਕਾਂ ਨੇ ਮਾੜਾ ਤਾਂ ਬੋਲਿਆ ਜੇ ਰੱਬ ਨੇ ਬੁਲਾਇਆ, ਖੁਦਾ ਦਾ ਨਾਮ। ਕਿਸੇ ਦੀ ਕੀ ਔਕਾਤ ਹੈ ਕਿਸੇ ਨੂੰ ਕੁਝ ਬੋਲ ਜਾਵੇ, ਕੁਝ ਕਹਿ ਜਾਵੇ। ਹੁਣ ਭਾਈ ਮਰਦਾਨਾ ਖਿਦਿਆ ਬੈਠਾ ਸੀ, ਚਿਹਰੇ ਤੇ ਖੁਸ਼ੀ ਨਹੀਂ ਹੈ ਜਿਹੜੀ ਖੁਸ਼ੀ ਕਹਿੰਦਾ ਸੀ ਮਰਦ ਮੇਰਾ ਜੀਵਨ ਤੁਹਾਡੇ ਲੇਖੇ, ਮੈਂ ਤੁਹਾਡੇ ਨਾਲ ਹੀ ਰਹਿਣਾ, ਛੱਡਤਾ ਘਰ-ਬਾਰ। ਅੱਜ ਗੁੱਸੇ 'ਚ ਸੀ, ਤੇ ਜਦੋਂ ਮਨੁੱਖ ਗੁੱਸੇ 'ਚ ਹੁੰਦਾ ਨਾ ਉਹਦਾ ਚਿਹਰਾ ਦੱਸਦਾ ਹੈ ਵੀ ਖੁਸ਼ ਨਹੀਂ, ਇਹ ਪਰੇਸ਼ਾਨ। ਤੇ ਹੱਸ ਕੇ ਮਰਦ ਜਾਣ ਕੇ ਮੁਸਕਰਾ ਕੇ ਕਹਿੰਦੇ ਮਰਦਾਨੇ ਦੱਸ ਤੇ ਸਹੀ ਤੈਨੂੰ ਕਿਸੇ ਨੇ ਕੀ ਕਿਹਾ? ਇਹ ਕੀ ਹੁੰਦਾ? ਛੇੜਨਾ ਹੁੰਦਾ। ਵੀ ਖਿੜੇ ਹੋਏ ਬੰਦੇ ਨੂੰ ਬਾਰ-ਬਾਰ ਉਹੀ ਗੱਲ ਰਿਪੀਟ ਕਰੋ ਤੇ ਉਹ ਅੱਕ ਕੇ ਬੋਲ ਕੇ ਕੁਛ। ਤੇ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਸਮਝ ਨਹੀਂ ਆਉਂਦੀ, ਹੱਸਦਾ ਹੱਸਦਾ ਕਿ ਹੈ ਰਬਾਬ ਤੇਰੇ ਕੋਲ ਹੈ ਨਹੀਂ, ਰਬਾਬ ਦੀ ਥਾਂ ਤੇ ਆ ਕੀ ਮੁਸੀਬਤਾਂ ਲੈ ਆਇਆ, ਬੜਾ ਦੁਖੀ ਬੈਠਾ ਏ। ਬਿਨ ਰਬਾਬ ਆਵਨ ਭਇਓ, ਨਿਜ ਬਿਰਥਾ ਭਨੋ ਸੁਧਾਰ ਕੇ। ਨਾਲੇ ਪਿਆਰਿਆ ਚੰਗੀ ਤਰ੍ਹਾਂ ਇਹ ਦੱਸ ਵੀ ਤੂੰ ਰਬਾਬ ਤੋਂ ਬਿਨਾ ਖਾਲੀ ਕਿਵੇਂ ਆ ਗਿਆ? ਗੁਰੂ ਸਾਹਿਬ ਪਿਆਰ ਬੜਾ ਕਰਦੇ ਭਾਈ ਮਰਦਾਨਾ ਜੀ, ਮਿੱਤਰ ਵੀ ਹੈ ਨਾ, ਪਿਆਰਾ ਵੀ ਹੈ। ਇਹ ਕਹਿ ਲੋ ਪੰਜਾਬੀ ਦਾ ਖਾਨ ਸਤਿਗੁਰ ਖਿਜਾ ਰਹੇ ਨੇ, ਉਹ ਛੇੜ ਰਹੇ ਨੇ। ਮਰਦਾਨਿਆ ਰਬਾਬ ਵੀ ਲੈ ਕੇ ਆਇਆ ਭਾਈ, ਆਪਾਂ ਤੇ ਰੱਬ ਦੀ ਉਸਤਤ ਕਰਨੀ ਸੀ। ਭਾਈ ਮਰਦਾਨੇ ਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ, ਵੀ ਜਿੰਨਾ ਕੁਝ ਲੋਕਾਂ ਨੇ ਮੈਨੂੰ ਸੁਣਾਤਾ ਜੇ ਦੁਬਾਰਾ ਭੇਜਣਗੇ ਮੈਂ ਤਾਂ ਨਹੀਂ ਜਾਂਦਾ। ਖੁਦਾ ਦਾ ਨਾਮ ਪੱਕਾ ਕਰ ਲਿਆ ਮਨ 'ਚ ਵੀ ਜੇ ਗੁਰੂ ਸਾਹਿਬ ਕਹਿਣਾ ਸੁਲਤਾਨਪੁਰ ਲੋਧੀ ਜਾ ਕੇ ਰਬਾਬ ਲਾਇਆ, ਮੈਂ ਕਹਿਣਾ ਬਾਬਾ ਤੁਸੀਂ ਆਪ ਹੀ ਗਏ ਹੋ, ਮੈਂ ਨਹੀਂ ਜਾਣਾ। ਮਨ 'ਚ ਬਣਾ ਲਿਆ ਇਹ ਕਵੀ ਜੀ ਨੇ ਅੱਗੇ ਦੱਸ ਲਿਆ। ਗੁਰੂ ਸਾਹਿਬ ਕਹਿੰਦੇ ਖੁੱਲ ਕੇ ਗੱਲ ਕਰਨੀ ਚਾਹੀਦੀ ਮਰਦਾਨੇ, ਚੁੱਪ ਰਹਿਣ ਨਾਲ ਕਦੇ ਮਸਲਾ ਹੱਲ ਨਹੀਂ ਹੁੰਦਾ। ਚੁੱਪ ਕਿਉਂ ਬੈਠਾ ਹੈ, ਖੁੱਲਦਾ ਕਿਉਂ ਨਹੀਂ? ਭਾਈ ਮਰਦਾਨਾ ਫਿਰ ਕਿਉਂ ਹੋ ਗਿਆ? ਉਹਨੂੰ ਸਮਝ ਨਹੀਂ ਆਉਂਦੀ ਵੀ ਜੋ ਕੁਝ ਮੇਰੇ ਨਾਲ ਹੋਇਆ ਮੈਂ ਸ਼ਬਦਾਂ 'ਚ ਬਿਆਨ ਕਿਵੇਂ ਕਰਾਂ। ਕਈ ਵਾਰ ਨਾ ਕਹਿਣਾ ਤੁਸੀਂ ਬਹੁਤ ਕੁਝ ਚਾਹੁੰਦੇ ਹੋ, ਪਰ ਤੁਹਾਡੇ ਕੋਲ ਸਹੀ ਵਕਤ ਤੇ ਸਹੀ ਸ਼ਬਦ ਨਹੀਂ ਹੁੰਦੇ ਜਿਨ੍ਹਾਂ 'ਚ ਤੁਸੀਂ ਕਿਸੇ ਗੱਲ ਨੂੰ ਐਕਸਪਲੇਨ ਕਰ ਸਕੋ, ਖੋਲ ਕੇ ਸੁਣਾ ਸਕੋ, ਉਹ ਸ਼ਬਦਾਂ 'ਚ ਬਿਆਨ ਹੋ ਜੇ। ਸਤਿਗੁਰਾਂ ਤੀਜੀ ਵਾਰ ਫੇਰ ਕਿਹਾ, ਕਹਿੰਦੇ ਮਰਦਾਨਾ ਜੀ ਰਬਾਬ ਕਿਉਂ ਨਹੀਂ ਆਈ? ਬੜੇ ਚਾਅ ਨਾਲ ਗਏ ਸੀ, ਮਾਇਆ ਵੀ ਭੁੱਲ ਗਈ ਸੀ, ਖੁਸ਼ੀ ਖੁਸ਼ੀ ਲੈ ਕੇ ਕਿਉਂ ਨਹੀਂ ਆਈ? ਕਹਿੰਦਾ ਬਾਬਾ ਕੀ ਦੱਸਾਂ, ਰਹਿਣ ਨਹੀਂ ਦਿਓ। ਬੰਦ ਕਹਿੰਦੇ ਨਹੀਂ ਰਹਿਣ ਨਹੀਂ ਦੇਣਾ। ਮਰਦਾਨਿਆ ਦੱਸ ਦੇ ਸਹੀ ਨਾ, ਸਾਨੂੰ ਵੀ ਪਤਾ ਲੱਗੇ, ਅਸੀਂ ਰਬਾਬ ਦੀ ਉਡੀਕ ਕਰਦੇ ਆ। ਕਿਉਂ ਬੂਝਤ ਹੋ ਮੋਹਿ ਕੋ, ਸਭ ਅੰਤਰ ਜਾਮੀ ਜਾਣ ਕੇ। ਥੋੜਾ ਜਿਹਾ ਖਿੱਚ ਕੇ ਭਾਈ ਮਰਦਾਨਾ ਕਹਿੰਦਾ ਮੈਨੂੰ ਕਿਉਂ ਪੁੱਛਦੇ ਹੋ ਤੁਸੀਂ? ਬਾਬਾ ਤੂੰ ਅੰਤਰਜਾਮੀ ਹੈ, ਤੁਸੀਂ ਸਭ ਜਾਣਦੇ ਹੋ, ਤੁਹਾਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ। ਖੁਦਾ ਦਾ ਨਾਮ ਖਿਜੇ ਹੋਏ, ਕਿਉਂਕਿ ਪਤਾ ਤੇ ਹੈ ਗੁਰੂ ਸਾਹਿਬ ਨੂੰ, ਅੰਤਰਜਾਮੀ ਪਾਤਸ਼ਾਹ ਸਾਰਾ ਕੁਝ ਜਾਣਦੇ ਵੀ ਕਿੱਥੇ ਕਿੱਥੇ ਗਿਆ, ਕੀ ਹੋਇਆ। ਗੁਰੂ ਤੋਂ ਛੋਪਿਆ ਕੁਛ, ਤੇ ਭਾਈ ਮਰਦਾਨਾ ਲੋਕਾਂ ਤੋਂ ਗੁੱਸੇ ਹੋਇਆ, ਖਫਾ ਹੋਇਆ ਪਿਆ, ਖਫਾ ਹੋਇਆ ਲੋਕਾਂ ਵੀ ਇਹੋ ਜਿਹੀ ਦੁਨੀਆ ਨੂੰ ਪੂਰੀ ਲਾਉਣਾ ਚਾਹੀਦਾ। ਕਹਿੰਦਾ ਬਾਬਾ ਜੀ ਜੇ ਤੁਹਾਨੂੰ ਨਾ ਪਤਾ ਹੋਵੇ ਮੈਂ ਬੋਲ ਕੇ ਤਾਂ ਦੱਸਾਂ ਮੇਰੇ ਨਾਲ ਕੀ ਹੋਇਆ। ਤੁਸੀਂ ਸਭ ਕੁਝ ਜਾਣਦੇ ਹੋ, ਕਿਉਂ ਹਾਸਾ ਮਜ਼ਾਕ ਕਰਦੇ ਹੋ? ਬੋਹਰ ਕਹਿਓ ਸ੍ਰੀ ਬਦਨ ਤੇ, ਬਿਨ ਸ਼ੰਕ ਸੁਣਾਓ ਬਖਾਨ ਕੇ। ਸਤਿਗੁਰ ਕਹਿੰਦੇ ਮਰਦਾਨਿਆ ਸਾਨੂੰ ਇੰਨਾ ਤਾਂ ਨਹੀਂ ਪਤਾ, ਸੀ ਤੇਰੇ ਤੋਂ ਹੀ ਸੁਣਨਾ ਚਾਹੁੰਦੇ ਹਾਂ। ਵੇਖ ਤੇਰੇ ਨਾਲ ਬੀਤੀ ਆ, ਜੋ ਤੇਰੇ ਨਾਲ ਹੋਇਆ ਤੂੰ ਸੁਣਾਏਗਾ ਨਾ, ਉਹਦਾ ਆਨੰਦ ਵੱਖਰਾ। ਆਨੰਦ ਜਦੋਂ ਗੁਰੂ ਸਾਹਿਬ ਨੇ ਕਹਿਣਾ ਆਨੰਦ ਵੱਖਰਾ, ਤੇ ਅੰਦਰੋਂ ਤੇ ਖਿਝ ਆਉਣੀ ਆ ਵੀ ਮੇਰੇ ਨਾਲ ਪਤਾ ਨਹੀਂ ਸਵੇਰ ਤੋਂ ਕੀ ਹੋਇਆ, ਆਨੰਦ ਦੱਸਦੇ ਆ। ਤੁਸੀਂ ਸਵੇਰ ਤੋਂ ਸ਼ਾਮ ਤੱਕ ਖੱਜਲ ਖਵਾਰ ਹੁੰਦੇ ਫਿਰੋ,
ਦੁਖੀ ਹੋ ਕੇ ਘਰੇ ਆਉਂ ਤੇ ਕੋਈ ਆਖੇ ਵੀ ਅੱਜ ਜੋ ਤੇਰੇ ਨਾਲ ਹੋਇਆ 10,000 ਬੜਾ ਨਜ਼ਾਰਾ ਆਊਗਾ, ਸਵਾਦ ਆਊ ਸੁਣ ਕੇ ਆਨੰਦ ਆਊ, ਦੱਸ ਕੀ ਹੈ, ਉਹ ਖਿੱਚੂਗਾ ਵੀ ਮੇਰੀ ਜਾਨ ਤੇ ਬਣੀ, ਤੈਨੂੰ ਆਨੰਦ ਦੀ ਬਣੀ ਹੈ। ਬਾਬਾ ਨਾਨਕ ਮੁਸਕਰਾ ਕੇ ਕਹਿੰਦੇ ਮਰਦਾਨਿਆ ਭਾਈ ਬਹੁਤ ਚੰਗਾ ਹੈ, ਬੜਾ ਭਲਾ ਇਨਸਾਨ ਹੈ, ਤੇਰੇ ਨਾਲ ਜੋ ਹੋਇਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਰਵਾਬ ਨਾ ਲੈ ਕੇ ਆਉਣ ਦਾ ਕਾਰਨ ਕੀ ਹੈ। ਪਹਿਲਾਂ ਤਾਂ ਕਹਿੰਦਾ ਬਾਬਾ ਜੀ ਤੁਸੀਂ ਸਭ ਕੁਝ ਜਾਣਦੇ ਹੋ, ਪਰ ਤੇ ਕਹਿੰਦੇ ਜਾਣਨ ਦੀ ਗੱਲ ਨਹੀਂ, ਤੇ ਸੁਣਨਾ ਚਾਹੁੰਦੇ ਤੂੰ ਦੱਸ। ਹੁਣ ਭਰਿਆ ਪਿਆ ਸੀ ਭਾਈ ਮਰਦਾਨਾ, ਜਦੋਂ ਕੋਈ ਇਨਸਾਨ ਬਹੁਤਾ ਲੋਕਾਂ ਦਾ ਸੁਣਦਾ ਨਾ ਅੰਦਰੋਂ ਭਰ ਜਾਂਦਾ ਹੈ, ਜਿੱਦਣ ਫਿਰ ਉਹ ਫਟਦਾ ਨਾ ਫਿਰ ਪਤਾ ਨਹੀਂ ਕਿੰਨਿਆਂ ਦੇ ਪਰਦੇ ਖੋਲ ਜਾਂਦੇ ਆ, ਕਿੰਨਿਆਂ ਬਾਰੇ ਕੀ ਕੁਝ ਬੋਲ ਜਾਂਦੇ ਪਤਾ ਨਹੀਂ ਉਦੋਂ ਲੱਗਦਾ। ਜਦੋਂ ਮਰਦ ਬਾਰ-ਬਾਰ ਕਹਿੰਦੇ ਰਹੇ, ਭਾਈ ਮਰਦਾਨਾ ਕਹਿੰਦਾ ਮਰਦ ਮੈਥੋਂ ਕਿਉਂ ਸੁਣਨਾ ਚਾਹੁੰਦੇ ਤੁਸੀਂ, ਲੋਕਾਂ ਨੇ ਬੋਲੀ ਇਹੋ ਜਿਹਾ ਕੁਝ ਹੈ, ਮੈਂ ਬੋਲ ਨਹੀਂ ਸਕਦਾ, ਆਖੋ ਸਤਿਨਾਮ। ਜੇ ਮੈਂ ਬੋਲ ਕੇ ਸੁਣਾ ਤਾਂ ਤੁਸੀਂ ਕਹਿਣਾ ਮਰਦਾਨਾ ਤੂੰ ਕਹੇ ਨਾ ਮੈਨੂੰ। ਇਹ ਸੁਭਾਵਿਕ ਗੱਲ ਹੈ, ਮਨੁੱਖਾ ਸਰੀਰ ਹੈ ਇਦਾਂ, ਪਰ ਮੇਰੇ ਸਤਿਗੁਰ ਇਹਨਾਂ ਕਾਰਜਾਂ ਤੋਂ ਉੱਚੇ ਨੇ। ਕਿਸੇ ਨੇ ਤੁਹਾਨੂੰ ਕੱਢੀਆਂ ਗਾਲਾਂ, ਤੁਹਾਨੂੰ ਕਿਹਾ ਮਾੜਾ, ਤੁਹਾਨੂੰ ਪਤਾ ਹੈ ਵੀ ਇਸ ਬੰਦੇ ਬਾਰੇ ਉਹਨੇ ਮਾੜਾ ਬੋਲਿਆ ਸੀ ਤੇ ਤੁਸੀਂ ਹਿੰਟ ਦਿੱਤਾ, ਮੈਨੂੰ ਪਤਾ ਉਹਨੇ ਕੀ ਬੋਲਿਆ, ਲੈ ਤੁਸੀਂ ਦੱਸ ਦਿਓ ਉਹਨੂੰ ਵੀ ਤੈਨੂੰ ਏਦਾਂ ਬੋਲਦਾ ਸੀ, ਆਹ ਬੋਲਿਆ ਸੀ। ਉਹ ਸੁਣਨ ਵਾਲਾ ਬੰਦਾ ਉਸ ਬੰਦੇ ਜਿਹਨੇ ਬੋਲਿਆ ਉਹਦੇ ਨਾਲ ਨਫ਼ਰਤ ਘੱਟ, ਸੁਣਾਉਣ ਵਾਲੇ ਨਾਲ ਜ਼ਿਆਦਾ ਕਰੂਗਾ। ਤੂੰ ਕਿਉਂ ਨਹੀਂ ਬੋਲਿਆ, ਤੂੰ ਕਿਉਂ ਸੁਣ ਲਿਆ, ਸੁਭਾਅ ਹੋ। ਮਰਦ ਕਹਿੰਦੇ ਮਰਦਾਨਿਆ ਸਾਨੂੰ ਨਾ ਸ਼ੱਕ ਜਿਹਾ ਲੱਗਦਾ ਹੈ, ਸ਼ੰਕਾ ਜਿਹਾ ਲੱਗਦਾ ਹੈ ਵੀ ਤੇਰੇ ਨਾਲ ਕੁਝ ਬੁਰਾ ਹੋਇਆ ਏ। कैसे मैं मुख सो कहूँ, कहबे जोग न बात है। ਆਖਰਕਾਰ ਖਿਜਿਆ ਭਾਈ ਮਰਦਾਨਾ, ਕਹਿੰਦਾ ਪਾਤਸ਼ਾਹ ਜੇ ਤੁਸੀਂ ਬਾਰ-ਬਾਰ ਪੁੱਛਣਾ ਚਾਹੁੰਦੇ ਹੋ ਦੱਸ ਮੈਂ ਦਿੰਨਾ, ਪਰ ਗੱਲ ਦੱਸਣ ਯੋਗ ਨਹੀਂ, ਮੈਨੂੰ ਸ਼ਰਮ ਆਉਂਦੀ ਦੱਸਦੇ ਆ, ਮੈਥੋਂ ਨਹੀਂ ਬੋਲਿਆ ਜਾਣਾ, ਰਹਿਣ ਦਿਓ ਤੁਸੀਂ। ਸਤਿਗੁਰੂ ਕਹਿੰਦੇ ਨਾ ਜਿੱਥੇ ਦੁਨੀਆ ਬੋਲ ਗਈ ਤੂੰ ਦੱਸ ਦੇਗਾ ਕੀ ਫਰਕ, ਆਖੋ ਸਤਿਨਾਮ। ਪਤਾ ਤੇ ਲੱਗੀ ਮਰਦਾਨੇ ਆਪਾਂ ਨੂੰ ਕਹਿੰਦੇ ਕੀ ਆ, ਕਹਿੰਦਾ ਨਹੀਂ ਮਰਦ ਸ਼ਬਦੀ ਲੋਕਾਂ ਨੇ ਇਹੋ ਜਿਹੇ ਵਰਤੇ ਨੇ, ਮੇਰਾ ਆਪਣਾ ਮਨ ਉੱਠਿਆ ਸੁਣ ਕੇ, ਮੈਂ ਤੁਹਾਨੂੰ ਕਿਵੇਂ ਦੱਸ ਦਿਆਂ। ਪੁੰਨ ਹੈ ਸ੍ਰੀ ਗੁਰੂ ਕਹੈ, ਕਹੋ ਜਿਸ ਬਿਦ ਭਇਓ ਬਿਰਤਾਂਤ ਹੈ। 6-7 ਵਾਰ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ, ਕਹਿੰਦੇ ਬੋਲ, ਕਹਿੰਦਾ ਮਰਦ ਮੈਂ ਨਹੀਂ ਦੱਸ ਸਕਦਾ। ਸਤਿਗੁਰ ਕਹਿੰਦੇ ਇੱਕ ਸ਼ਰਤ ਹੈ, ਦੱਸੀ ਵੀ ਉਵੇਂ ਜਿਵੇਂ ਲੋਕਾਂ ਨੇ ਬੋਲਿਆ, ਉਹੀ ਟੋਨ ਚ। ਇਹ ਬੜੀ ਵੱਡੀ ਮੁਸੀਬਤ ਹੈ ਵੀ ਲੋਕ ਤੇ ਇੰਨਾ ਕੁਝ ਬੋਲਦੇ, ਮੇਰੇ ਤੇ ਸਤਿਗੁਰ ਨੇ, ਮੇਰੇ ਤੇ ਗੁਰੂ ਸਾਹਿਬ ਨੇ, ਮੈਂ ਕਿੱਦਾਂ ਬੋਲਦੇ ਆ। ਪਰ ਉਸੇ ਗੁਰੂ ਦਾ ਹੁਕਮ ਹੈ ਵੀ ਜਿਵੇਂ ਲੋਕ ਸਾਨੂੰ ਮਾੜਾ ਬੋਲਦੇ, ਮਰਦਾਨੀਆਂ ਬੋਲ ਕੇ ਦੱਸ ਕਿਹੜੀ ਬੋਲੀ ਚ ਬੋਲਦੇ ਆ, ਆਖੋ ਸਤਿਨਾਮ। ਕਹਿੰਦਾ ਮਰਦ ਮੈਂ ਨਹੀਂ ਬੋਲ ਸਕਦਾ। ਸਤਿਗੁਰ ਕਹਿੰਦੇ ਮਰਦਾਨੀਆਂ ਬੋਲਣਾ ਪੈਣਾ, ਤੈਨੂੰ ਦੱਸਣਾ ਪੈਣਾ ਏ। ਮਤ ਦੁਮਲਾ ਛੰਦ ਔਰ ਡਰ ਮਰਦਾਨੇ ਬਚਨ ਬਖਾਨੇ, ਕੇ ਚਤ ਨਰ ਇਉ ਬੈਨ ਕਹੈ। ਜਦੋਂ ਸਤਿਗੁਰਾਂ ਨੇ ਬਾਰ-ਬਾਰ ਕਹਿ ਕੇ ਭਾਈ ਮਰਦਾਨਾ ਜੀ ਨੂੰ ਮਜਬੂਰ ਕਰਤਾ ਕਹਿਣ ਨੂੰ, ਆਖਰਕਾਰ ਹੱਥ ਜੋੜ ਕੇ ਕਹਿੰਦਾ ਬਾਬਾ ਪਹਿਲਾਂ ਮਾਫ ਕਰਦੀ, ਡਰ ਲੱਗਦਾ ਤੇਰੇ ਤੋਂ, ਪਿਆਰ ਕਿੰਨਾ ਰੰਗਲਾ ਸੀ ਉਹਦਾ ਭਾਈ ਮਰਦਾਨਾ ਜੀ। ਮਰਦ ਕਹਿੰਦੇ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ, ਤੂੰ ਦੱਸ। ਕਹਿੰਦਾ ਵੈਸੇ ਮਰਦ ਜੋ ਕਿਹਾ ਨਾ ਲੋਕਾਂ ਨੇ ਉਹ ਗੱਲ ਸੁਣਨ ਤੇ ਸੁਣਾਉਣ ਦੇ ਲਾਇਕ ਹੀ ਨਹੀਂ ਹੈ, ਆਖੋ ਸਤਿਨਾਮ। ਇੰਨਾ ਮਾੜਾ ਬੋਲਿਆ, ਇੰਨੇ ਭੈੜੇ ਸ਼ਬਦ ਲੋਕਾਂ ਨੇ ਵਰਤੇ ਨੇ। ਏ ਢੂਮਿੰ ਤਾਹੀ ਭਾਜੋ ਕੁਰਾਹੀ, ਨਹਿਰ ਬਾਬ ਕੋ ਦੇਨ ਚਾਹੇ। ਉਹਨਾਂ ਲੋਕਾਂ ਨੇ ਗਲੀ 'ਚ ਖੜ ਕੇ ਰੌਲਾ ਪਾਤਾ, ਕਹਿੰਦੇ ਇਹ ਕੁਰਾਈਏ ਦਾ ਡੂਮ ਆ ਗਿਆ ਸਾਡੇ ਘਰੇ, ਕੋਈ ਇਹਨੂੰ ਚਾਹ ਕੇ ਵੀ ਰਵਾਬ ਨਾ ਦਿਓ, ਜੇ ਕਿਸੇ ਨੇ ਰਵਾਬ ਦਿੱਤੀ ਤੇ ਜਾਣਦੇ ਰਹੋ ਡੂਮਾ ਚੇਕਾ ਹੋ ਗਿਆ। ਕਹਿੰਦੇ ਜੀ ਮੇਰੇ ਪਿੱਛੇ ਲੋਕ ਲੱਗ ਕੇ ਮੈਨੂੰ ਮਾੜਾ ਚੰਗਾ ਬੋਲਦੇ ਰਹੇ ਵੀ ਇਹ ਤੇ ਮਰਾਸੀ ਹੈ। ਮਰਾਸੀ ਕੀ ਦਾ ਡੂਮ? ਨਾਨਕ ਵਕੀਲ ਦਾ। ਪਾਤਸ਼ਾਹ ਮੈਨੂੰ ਮਾਫ ਕਰਿਓ, ਲੋਕਾਂ ਨੇ ਕੁਰਾਈਆ ਕਿਹਾ ਤੁਹਾਨੂੰ। ਹੱਸ ਪਏ ਗੁਰੂ ਸਾਹਿਬ ਸੁਣ ਕੇ, ਹੱਸ ਪਏ। ਅੱਛਾ, ਪਰ ਕਹਿੰਦਾ ਮਰਦ ਮੇਰੀ ਤੇ ਹਾਲਤ ਬੜੀ ਮਾੜੀ ਹੋ ਗਈ, ਆਖੋ ਸਤਿਨਾਮ। ਇੰਨਾ ਜਲੀਲ ਕੀਤਾ ਮੈਨੂੰ ਉਹਨਾਂ ਨੇ, ਮੈਂ ਜਿੱਧਰ ਜਾਇਆ ਕਰਾਂ ਮੈਨੂੰ ਇਹੀ ਸ਼ਬਦ ਵਰਤਦੇ ਸੀ, ਕਹਿੰਦੇ ਨਾਨਕ ਕੁਰਾਈਏ ਦਾ ਡੂਮ ਆ ਗਿਆ, ਮੈਂ ਤੋਂ ਸੁਣ ਕੇ ਸਹਾਰਿਆ ਗਿਆ ਨਹੀਂ। ਦੁਰਮਤ ਪ੍ਰਮ ਭੂਲੇ ਜਸ ਪ੍ਰਤਕੂਲੇ, 60 ਮੁਖ ਤੇ ਨਿੰਦ ਬਖਾਨੇ। ਮੂਰਖਾਂ ਨੇ ਸਤਿਗੁਰੂ ਤੁਹਾਡੀ ਨਿੰਦਿਆ ਕੀਤੀ, ਮੈਂ ਤੇ ਬੜੇ ਚਾਅ ਨਾਲ ਗਿਆ ਸੀ ਵੀ ਤੁਹਾਡੀ ਮਹਿਮਾ ਬੜੀ ਹੋਣੀ ਸੁਲਤਾਨਪੁਰ ਲੋਧੀ, ਤੁਸੀਂ ਐਡਾ ਮੋਦੀਖਾਨਾ ਖੋਲਿਆ, ਲੋਕ ਤੇ ਮੈਨੂੰ ਪਾਣੀ ਪਿਲਾਉਣਗੇ, ਚਾਹ ਦੁੱਧ ਪਿਲਾਉਣਗੇ ਵੀ। ਲੈ ਭਾਈ ਮਰਦਾਨਾ ਨਾਨਕ ਜੀ ਦਾ ਸੇਵਕ ਹੈ,
ਕਹਿੰਦੇ ਪਰ ਜੋ ਸੋਚਿਆ ਸੀ ਉਹ ਉਲਟ ਹੋ ਗਿਆ। ਮੈਂ ਜਿਹੜੇ ਘਰ ਜਾਇਆ ਕਰਾਂ ਵੀ ਗੁਰੂ ਸਾਹਿਬ ਦੀ ਤੇ ਇੱਥੇ ਬੱਲੇ ਬੱਲੇ ਹੋਣੀ, ਏਡਾ ਵੱਡਾ ਦਾਨ ਪੁੰਨ ਕੀਤਾ, ਪਰ ਮਰਜ ਉਹਨਾਂ ਮੂਰਖਾਂ ਨੇ, ਉਹਨਾਂ ਨਿੰਦਕਾਂ ਨੇ ਤੁਹਾਡਾ ਨਾਂ ਲੈ ਲੈ ਕੇ ਮੈਨੂੰ ਇਹੋ ਜਿਹੇ ਤਾਨੇ ਵਿਹੜੇ ਮਾਰੇ। ਮੈਂ ਤਾਂ ਸੁਣਿਆ ਨਹੀਂ ਸੀ ਜਾਂਦਾ, ਮੈਂ ਉਸ ਘਰੋਂ ਜਦੋਂ ਨਿਕਲਦਾ ਸੀ ਮੈਨੂੰ ਪਿੱਛੋਂ ਵੀ ਬੋਲਦੇ ਆਉਂਦੇ ਸੀ, ਵੱਧ ਘੱਟ ਬੋਲਿਆ, ਮੈਂ ਸਭ ਕੁਝ ਸੁਣਿਆ, ਸਭ ਕੁਝ ਜਰਿਆ, ਪਰ ਪਾਤਸ਼ਾਹ ਮੇਰੇ ਤੋਂ ਹੁਣ ਹੋਰ ਨਾ ਸੁਣੋ, ਆਖੋ ਸਤਨਾਮ, ਹੋਰ ਨਾ ਪੁੱਛੋ। ਸੋ ਸਮਾਂ ਸਮਾਪਤ ਹੋ ਗਿਆ ਜੀ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਤੋਂ ਪੁੱਛ ਰਹੇ ਨੇ ਵੀ ਤੇਰੇ ਨਾਲ ਹੋਰ ਕੀ ਕੀ ਹੋਇਆ, ਜੋ ਕੁਝ ਹੋਇਆ, ਜੋ ਕੁਝ ਬੀਤਿਆ, ਜੋ ਕੁਝ ਅੱਗੇ ਹੋਏਗਾ, ਕੱਲ ਸ਼ਾਮ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।